स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और इंद्रप्रीत सिंह जी, दोनों जी आया। बहुत बहुत शुक्रिया रंधावा जी। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਫਾਈਲਾਂ ਵਾਪਸ ਮੋੜਤੀਆਂ? ਇਹ ਸਵਾਲ ਬਹੁਤ ਵੱਡਾ ਹੋ ਗਿਆ। ਕੀ ਪੰਜਾਬ ਦੇ ਮੁੱਖ ਮੰਤਰੀ ਨੇ ਪਬਲਿਕ ਪਰਸੈਪਸ਼ਨ ਨੂੰ ਫੇਸ ਕਰਨ ਦਾ ਮਨ ਬਣਾ ਲਿਆ? ਆਮ ਰਾਏ ਮੰਨੀ ਜਾ ਰਹੀ ਸੀ ਕਿ ਇੱਕ ਸਰਕਾਰ ਦਿੱਲੀ ਤੋਂ ਚਲਾਈ ਜਾਂਦੀ, ਵਿਰੋਧੀ ਤੇ ਦੋਸ਼ ਲਾ ਰਹੇ ਸੀ। ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਲੇਕਿਨ ਪਿਛਲੇ ਕੁਝ ਦਿਨਾਂ 'ਚ ਸਥਿਤੀ ਬਦਲੀ ਆ। ਕੁਝ ਹਾਲਾਤ ਐਸੇ ਬਣੇ ਆ ਜਿਹੜੇ ਕੁਝ ਫੈਸਲਿਆਂ 'ਚੋਂ ਨਜ਼ਰ ਆਉਣ ਲੱਗ ਪਏ। ਫੌਜਾ ਸਿੰਘ ਸਰਾਰੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਰਹਿਣ ਦੇ ਬਾਵਜੂਦ ਕਈ ਮਹੀਨਿਆਂ ਤੱਕ ਚੱਲਦੇ ਗਏ, ਲੇਕਿਨ ਅਚਨਚੇਤ ਮੁੱਖ ਮੰਤਰੀ ਇਹ ਫੈਸਲਾ ਲੈ ਲੈਂਦੇ ਆ ਕਿ ਇਸ ਮੰਤਰੀ ਨੂੰ ਬਦਲਿਆ ਜਾਵੇ। ਦੂਜਾ ਮਾਮਲਾ ਅਤਿਮ ਕਿ ਅਚਨਚੇਤ ਰੌਲੇ ਰੱਪੇ ਦੇ ਵਿੱਚ ਜਦੋਂ ਕਿ ਦੀਪ ਮਲਹੋਤਰਾ ਦਿੱਲੀ ਦੇ ਵਿੱਚ ਉੱਪਰਲੀ ਸੱਤਾ ਦੇ ਨਾਲ ਇੱਕਮਿਕ ਸੀਗੇ, ਉਸੇ ਵੇਲੇ ਜੀਰਾ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਆ ਜਾਂਦਾ। ਅੱਜ ਫਿਰ ਇੱਕ ਵਾਰੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਉਹ ਪ੍ਰਵਾਨਗੀ ਵਾਪਸ ਲੈ ਲੈਂਦਾ ਦੀਪ ਮਲਹੋਤਰਾ ਦੀ ਉਸ ਫੈਕਟਰੀ ਨਾਲ, ਜੀਰੇ ਵਾਲੀ ਨਾਲ ਸੰਬੰਧਿਤ, ਜਿਹਦੀ ਕਈ ਦਿਨਾਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਆਰਡਰ ਵਰਬਲ ਕਿਉਂ ਹੋਣ, ਇਹਦੇ ਸੰਬੰਧੀ ਪ੍ਰਵਾਨਗੀਆਂ ਕਿੱਥੇ ਆ, ਬੰਦ ਕਰਨ ਦੇ ਹੁਕਮ ਕਿੱਥੇ ਆ। ਔਰ ਇਹ ਉਹੀ ਟਾਈਮਿੰਗ ਹੈ ਜਦੋਂ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਦਿੱਲੀ ਦੇ ਵਿੱਚ ਈਡੀ ਦੇ ਸ਼ਿਕੰਜੇ 'ਚ ਨੇ। ਇੱਥੇ ਬਸ ਨਹੀਂ, ਪਿਛਲੇ ਦਿਨਾਂ ਦੇ ਵਿੱਚ ਨਵਲ ਅਗਰਵਾਲ ਨੂੰ ਲੈ ਕੇ ਸਟ੍ਰੇਟ ਫਾਰਵਰਡ ਮੁੱਖ ਮੰਤਰੀ ਨਾ ਕਰ ਦਿੰਦੇ ਆ ਕਿ ਮੈਨੂੰ ਆਪਣੇ ਦਫ਼ਤਰ 'ਚ ਕਿਸੇ ਹੋਰ OSD ਦੀ ਲੋੜ ਨਹੀਂ, ਲੇਕਿਨ ਸਮਾਨਾਂਤਰ ਉਹ ਆਪਣੇ ਇੱਕ ਪੁਰਾਣੇ ਸਾਥੀ ਨੂੰ OSD ਵਜੋਂ ਅੱਗੇ ਵਧਾ ਲੈਂਦੇ ਆ। ਇਹ ਸਾਰੇ ਸਵਾਲ ਇਸ ਕਰਕੇ ਖੜੇ ਆ ਕਿ ਅਗਲੇ ਬੰਨੇ ਜਲੰਧਰ ਦੀ ਚੋਣ ਆਉਣ ਵਾਲੀ ਆ। ਕੀ ਮੁੱਖ ਮੰਤਰੀ ਨੇ ਆਪਣਾ ਦਮ ਦਿਖਾਇਆ ਜਾਂ ਉਹ ਆਪਣੇ ਸੁਪਰੀਮੋ ਨੂੰ ਇਹ ਸਮਝਾਉਣ 'ਚ ਸਫਲ ਹੋ ਗਏ ਆ ਕਿ 7 ਰਾਜ ਸਭਾ ਦੇ ਵਿੱਚ ਭੇਜੇ ਮੈਂਬਰਾਂ ਤੋਂ ਬਾਅਦ ਦਿੱਲੀ ਦੇ ਕੰਟਰੋਲ ਨੇ ਸੰਗਰੂਰ ਹੱਥੋਂ ਗਵਾਤਾ, ਜਿਹੜਾ ਲਗਾਤਾਰ 2 ਵਾਰੀ ਜਿੱਤ ਕੇ ਆਏ ਸੀ। ਸੰਗਰੂਰ ਗਵਾਚ ਗਿਆ, ਹੁਣ ਜਲੰਧਰ ਸਾਹਮਣੇ ਖੜਾ। ਮੁੱਖ ਮੰਤਰੀ ਸੱਚਮੁੱਚ ਅਸਰਟ ਕਰਨ ਲੱਗ ਗਿਆ ਜਾਂ ਮੌਕੇ ਦੀ ਨਜਾਕਤ ਅਨੁਸਾਰ ਪੈਂਤਰਾ ਬਦਲ ਰਹੇ ਆ? ਇਹ ਸਵਾਲ ਅੱਜ ਦਾ ਸਭ ਤੋਂ ਵੱਡਾ ਹੈ। ਲੇਕਿਨ ਨਾਲ ਦੀ ਨਾਲ ਕੀ ਦਿੱਲੀ ਕੇਂਦਰੀ ਕੰਟਰੋਲ ਵਾਲੀ ਪਾਰਟੀ ਦੇ ਮੁੱਖ ਮੰਤਰੀ ਦਾ ਦਿੱਲੀ ਦੀ ਸਹਿਮਤੀ ਤੋਂ ਬਿਨਾਂ ਚੱਲਿਆ ਜਾ ਸਕਦਾ? ਕੈਪਟਨ ਅਮਰਿੰਦਰ ਸਿੰਘ ਵਰਗੇ ਦਿਓਕਦ ਆਗੂ ਨੂੰ ਵੀ ਅਚਨਚੇਤ ਲਾਂਭੇ ਕਰਨ ਵਾਲੀਆਂ ਇਹ ਪਾਰਟੀਆਂ ਕੀ ਮੁੱਖ ਮੰਤਰੀ ਦੀ ਦਿੱਲੀ ਦੇ ਹੁਕਮ ਨਾ ਮੰਨਣ ਵਾਲੀ ਸੋਚ ਨਾਲ ਅੱਗੇ ਵਧ ਸਕਣਗੇ? ਇਸ ਮੁੱਦੇ ਨੂੰ ਲੈਂਦੇ ਆ। ਲੇਕਿਨ ਦੂਜਾ ਮੁੱਦਾ ਜਿਹੜਾ ਕੱਲ ਸ਼ਾਮ ਤੋਂ ਬੜਾ ਗਰਮਾਇਆ ਹੋਇਆ, ਦੀਪ ਮਲਹੋਤਰੇ ਦੇ ਪੁੱਤਰ ਨੂੰ ਈਡੀ ਨੇ ਗ੍ਰਿਫਤਾਰ ਕੀਤਾ। ਇਹਦੀ ਬੈਕਗ੍ਰਾਉਂਡ ਤੋਂ ਲੈ ਕੇ ਇਹਦੇ ਨਾਲ ਜੁੜੇ ਸਾਰੇ ਤੱਥ ਤੁਹਾਡੇ ਨਾਲ ਸਾਂਝੇ ਕਰਦੇ ਆ। ਇਹਦੇ ਨਾਲ ਹੀ ਅਸੀਂ ਪੋਲਿਊਸ਼ਨ ਬੋਰਡ ਦੇ ਉਸ ਫੈਸਲੇ ਦਾ, ਪ੍ਰਵਾਨਗੀ ਵਾਪਸ ਲੈਣ ਵਾਲੇ ਫੈਸਲੇ ਦਾ ਜ਼ਿਕਰ ਵੀ ਕਰਦੇ ਆ ਤੁਹਾਡੇ ਨਾਲ। ਵੈਸੇ ਇਹ ਹਰ ਸਾਲ ਲਈ ਪ੍ਰਵਾਨਗੀਆਂ ਹੁੰਦੀਆਂ ਨੇ, ਹਰ ਮਾਰਚ ਮਹੀਨੇ ਦੇ ਵਿੱਚ ਇੱਕ ਵਾਰੀ ਫਿਰ ਇਨਸਪੈਕਸ਼ਨ ਹੁੰਦੀ ਆ, ਦੁਬਾਰਾ ਨਵੇਂ ਸਿਰਿਓਂ ਹੁੰਦੀਆਂ ਕਿ ਉਦੋਂ ਤੱਕ ਨਵੇਂ ਪੈਡ ਬੰਦ ਕਰ ਲਏ ਜਾਣਗੇ। ਇਹਨਾਂ ਮਾਮਲਿਆਂ ਨੂੰ ਵੀ ਲੈਂਦੇ ਆ। ਲੇਕਿਨ ਕੱਲ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਕੇਂਦਰ ਤੇ ਵੀ ਹਮਲਾ ਬੋਲਦੇ ਆ ਔਰ ਅਡਾਨੀ ਨਾਲ ਸੰਬੰਧਿਤ ਹੈ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਮੈਂ ਚਾਹੂੰਗਾ ਕਿ ਇਹ ਸਮਝਣ ਦਾ ਯਤਨ ਕਰੀਏ, ਮੁੱਖ ਮੰਤਰੀ ਆਪਣੇ ਉੱਤੋਂ ਦਿੱਲੀ ਦਾ ਛੱਪਾ ਲਾਉਣ 'ਚ ਕਾਮਯਾਬ ਹੋ ਰਹੇ ਨੇ? ਉਹ ਲੋਕ ਪਰਸੈਪਸ਼ਨ ਨੂੰ ਸਮਝਣ ਲੱਗ ਗਏ ਕਿ ਇਦਾਂ ਚੱਲ ਨਹੀਂ ਹੋਣਾ, ਇਹ ਇਮੇਜ, ਇਹ ਸ਼ਾਖ ਖੁਰਗੀ ਬਣਾਈ ਨਹੀਂ ਜਾਣੀ। ਤੀਜੀ ਗੱਲ, ਪਰ ਕੀ ਦਿੱਲੀ ਦੇ ਦਖਲ ਤੋਂ ਬਿਨਾ ਕੋਈ ਵੀ ਦਿੱਲੀ ਤੋਂ ਚੱਲਣ ਵਾਲੀ ਕੋਈ ਵੀ ਪਾਰਟੀ ਆਪਣੇ ਅਕਾਵਾਂ ਦੇ ਹੁਕਮ ਮੰਨਣ ਤੋਂ ਇਨਕਾਰੀ ਹੋ ਕੇ ਜਾਂ ਕੋਈ ਮੁੱਖ ਮੰਤਰੀ ਇਨਕਾਰੀ ਹੋ ਕੇ ਚੱਲ ਸਕਦਾ? ਦੇਖੋ, ਬਿਲਕੁਲ ਠੀਕ ਗੱਲ ਹੈ ਤੁਹਾਡੀ ਰੰਧਾਵਾ ਜੀ ਕਿ ਮੈਂ ਤੁਹਾਨੂੰ ਕੱਲ ਸ਼ਾਇਦ ਪਰਸੋਂ ਵਾਲੇ ਵੀ ਇੱਕ ਪ੍ਰੋਗਰਾਮ 'ਚ ਇਹ ਕਿਹਾ ਸੀ ਕਿ ਮੁੱਖ ਮੰਤਰੀ ਅਸਰਟ ਕਰਨ ਲੱਗ ਗਏ ਹੈ, ਕਿਉਂਕਿ ਉਸ ਟਾਈਮ ਇੱਕ ਅੱਧ ਫੈਸਲਾ ਆਇਆ ਸੀ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਲੱਗ ਰਿਹਾ ਕਿ ਮੁੱਖ ਮੰਤਰੀ ਅੜਨ ਲੱਗ ਗਿਆ। ਪਰ ਹੁਣ ਜਦੋਂ ਤੋਂ 3-4 ਜੇ ਅਸੀਂ ਪਿਛਲੇ ਫੈਸਲਿਆਂ ਨੂੰ ਉਹਨਾਂ ਦੇ ਦੇਖਦੇ ਹਾਂ ਤਾਂ ਇਹ ਸਾਫ਼ ਤੌਰ ਤੇ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਹੁਣ ਅੜ ਗਏ ਹੈ। ਉਹਨਾਂ ਨੂੰ ਲੱਗ ਗਿਆ ਕਿ ਉਹਨਾਂ ਦੀ ਜਿਹੜੀ ਖੁਦ ਦੀ ਪਰਸੈਪਸ਼ਨ ਹੈ ਉਹ ਵੀ ਖਰਾਬ ਹੋ ਗਈ ਹੈ। ਦੇਖੋ, ਪੰਜਾਬ ਦੀ ਮਾਨਸਿਕਤਾ ਇਹ ਹੈਗੀ ਹੈ, ਪੰਜਾਬੀਆਂ ਦੀ ਮਾਨਸਿਕਤਾ ਸ਼ੁਰੂ ਤੋਂ ਹੀ ਦਿੱਲੀ ਨਾਲ ਖਹਿ ਕੇ ਚੱਲਦੇ ਆ। ਉਹ ਕੋਈ ਵੀ ਇਹੋ ਜਿਹਾ ਲੀਡਰ ਬਰਦਾਸ਼ਤ ਨਹੀਂ ਕਰਦੇ ਜਿਹੜਾ ਪਿਛਲੱਗੂ ਹੋਵੇ। ਮਤਲਬ ਦਿੱਲੀ ਦਾ ਪਿਛਲੱਗੂ ਲੀਡਰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰ ਸਕਦੇ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਪਿਛਲੱਗੂ ਕਦੇ ਨਹੀਂ ਰਹੇ। ਚਾਹੇ ਉਹ ਪਾਣੀਆਂ ਨੂੰ ਰੱਦ ਕਰਨ ਦਾ ਮਾਮਲਾ ਤੁਹਾਨੂੰ ਯਾਦ ਹੋਵੇ, ਉਹਨਾਂ ਨੇ ਕਰਤਾ ਬਿਨਾਂ ਉਸ ਤੋਂ, ਤਾਂ ਹੀ ਉਹਨਾਂ ਦਾ ਕੱਦ ਇੱਕਦਮ ਵੱਡਾ ਹੋ ਕੇ ਬਾਹਰ ਆਇਆ। ਇਸੇ ਤਰ੍ਹਾਂ ਹੀ ਜੇ CM ਕੋਈ ਇਹਦੇ ਵਿੱਚ ਵੀ ਭਗਵੰਤ ਮਾਨ ਵੀ ਇਸ ਤਰ੍ਹਾਂ ਦਾ ਅੜ ਕੇ ਕੋਈ ਫੈਸਲਾ ਲੈਣਗੇ ਤਾਂ ਮੈਨੂੰ ਲੱਗਦਾ ਉਹਨਾਂ ਦਾ ਕੱਦ ਵਧੂਗਾ, ਪੰਜਾਬੀਆਂ ਦੀ ਨਜ਼ਰ ਦੇ ਵਿੱਚ ਘਟੇਗਾ ਨਹੀਂ। ਪਰ ਦਿੱਕਤ ਇਹ ਹੈਗੀ ਹੈ ਕਿ ਸਾਡਾ ਸਿਸਟਮ ਏਦਾਂ ਦਾ ਬਣਿਆ ਹੋਇਆ ਹੈ ਜਿਹਦੇ ਵਿੱਚ ਜਿਹੜਾ ਫੈਸਲਾ ਮੁੱਖ ਮੰਤਰੀ ਕੌਣ ਹੋਏਗਾ, ਇਹ ਫੈਸਲਾ ਵਿਧਾਇਕ ਕਰਦੇ ਨੇ। ਔਰ ਵਿਧਾਇਕ ਜਿਹੜੇ ਹੈਗੇ ਆ ਉਹ ਪੂਰੀ ਤਰ੍ਹਾਂ ਜਿਹੜਾ ਵੀ ਪ੍ਰਧਾਨ ਹੈਗਾ, ਆਮ ਆਦਮੀ ਪਾਰਟੀ ਦਾ ਇੱਥੇ ਪ੍ਰਧਾਨ ਹੈਗਾ ਤਾਂ ਉਹਦੇ ਨਾਲ ਜੁੜੇ ਹੋਏ ਨੇ, ਜੇ ਕਿਸੇ ਹੋਰ ਪਾਰਟੀ ਦਾ ਪ੍ਰਧਾਨ ਹੋਏਗਾ ਤਾਂ ਉਹਦੇ ਨਾਲ, ਕਿਉਂਕਿ ਐਂਟੀ ਡਿਫੈਕਸ਼ਨ ਲਾਅ ਜਦ ਦਾ ਬਣਿਆ ਹੋਇਆ ਉਸ ਤੋਂ ਬਾਅਦ
ਬਹੁਤ ਸਾਰੀਆਂ ਪਾਵਰਸ ਜਿਹੜੀਆਂ ਨੇ ਉਹ ਪ੍ਰਧਾਨ ਕੋਲ ਹੀ ਨੇ। ਟਿਕਟ ਦੇਣੀ ਹੈ ਨਹੀਂ ਦੇਣੀ ਉਹ ਪ੍ਰਧਾਨ ਫੈਸਲਾ ਕਰਦਾ, ਨਾ ਕਿ ਮੁੱਖ ਮੰਤਰੀ ਫੈਸਲਾ ਕਰਦਾ। ਸੋ ਇਸ ਕਰਕੇ ਬਹੁਤ ਵਾਰੀ ਜਿਹੜੇ ਵਿਧਾਇਕ ਨੇ ਉਹ ਆਪਣੇ ਪ੍ਰਧਾਨ ਨਾਲ ਜੁੜੇ ਰਹਿੰਦੇ ਆ, ਪਾਰਟੀ ਵੱਲ ਦੇਖਦੇ ਰਹਿੰਦੇ ਆ ਕਿ ਉਹ ਕੀ ਕਰ ਰਹੇ ਆ। ਮੈਨੂੰ ਇਹ ਲੱਗਦਾ ਕਿ ਜਿਹੜਾ ਹੁਣ ਮੁੱਖ ਮੰਤਰੀ ਨੇ, ਚਾਹੇ ਉਹ ਨਵਲ ਅਗਰਵਾਲ ਦੀ ਫਾਈਲ ਜਿਹੜੀ ਉਹਨਾਂ ਨੇ ਵਾਪਿਸ ਕੀਤੀ, ਉਹ ਕਿਹਾ ਕਿ ਮੈਨੂੰ ਨਹੀਂ ਚਾਹੀਦਾ OSD ਆਪਣੇ CMO ਦੇ ਵਿੱਚ, ਇੱਕ ਕੋਈ ਛੋਟਾ ਫੈਸਲਾ ਨਹੀਂ ਹੈਗਾ। ਮੈਂ ਉਸ ਦਿਨ ਵੀ ਤੁਹਾਨੂੰ ਇਹੀ ਦੱਸ ਰਿਹਾ ਸੀਗਾ ਕਿ ਇਹ ਫੈਸਲਾ ਵੱਡਾ ਹੈ, ਕਿਉਂਕਿ ਨਵਲ ਅਗਰਵਾਲ ਕੋਈ ਛੋਟੀ ਹਸਤੀ ਨਹੀਂ ਹੈ ਇਸ ਟਾਈਮ ਪੰਜਾਬ ਦੇ ਵਿੱਚ। ਸਾਰੀਆਂ ਟੌਪ ਦੀਆਂ ਜਿਹੜੀਆਂ ਮੀਟਿੰਗਸ ਦੇ ਵਿੱਚ ਉਸਦਾ ਬੈਠਣਾ ਇਸ ਗੱਲ ਲਈ ਸਾਫ਼ ਸੰਕੇਤ ਹੈ ਕਿ ਜਿਹੜੀ ਪਾਰਟੀ ਦੀ ਸੁਪਰੀਮੋ ਹੈ ਉਹ ਕਿਵੇਂ ਉਸ ਤੇ ਨਜ਼ਰ ਰੱਖਦੀ ਹੈ ਵੀ ਸਰਕਾਰ ਦੇ ਕੰਮਕਾਰ ਤੇ ਕਿਵੇਂ, ਮਤਲਬ ਸਾਰੇ ਫੈਸਲੇ ਕੀ ਉਹਨਾਂ ਦੇ ਅਨੁਸਾਰ ਹੀ ਲਏ ਜਾ ਰਹੇ ਨੇ, ਇਹ ਸਾਰਾ ਦੇਖਿਆ ਜਾ ਰਿਹਾ ਹੈ। ਔਰ ਜਿਹੜਾ ਇਸ ਤੋਂ ਇਲਾਵਾ ਇੱਕ ਫਾਈਲ ਗਈ ਜਿਹੜੀ ਸਾਨੂੰ ਪਤਾ ਲੱਗੀ ਪਿੱਛੇ ਜੇ ਕਿ ਇੱਕ ਫਾਈਲ ਗਈ ਜਿਹਦੇ ਵਿੱਚ ਸਾਰੀ ਟ੍ਰਾਂਸਫਰਸ ਕਰਕੇ ਭੇਜੀਆਂ ਗਈਆਂ, ਮਤਲਬ ਆਪਣੇ ਦਿੱਲੀ ਦੇ ਮੁਤਾਬਿਕ, ਤਾਂ ਉਹ ਫਾਈਲ ਵੀ CM ਨੇ ਵਾਪਿਸ ਕਰਤੀ। ਇਹ ਵੀ ਇੱਕ ਵੱਡਾ ਮੈਨੂੰ ਫੈਸਲਾ ਲੱਗਿਆ ਕਿ ਉਹਨਾਂ ਨੇ ਇਹ ਫਾਈਲ ਵਾਪਿਸ ਕਰਤੀ। ਅਗਰ ਉਹ ਇਸ ਤਰ੍ਹਾਂ ਦਾ ਨਹੀਂ ਕਰਦੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਕੋਲੇ ਕਿਸੇ ਅਫਸਰ ਨੇ ਜਾਣਾ ਹੀ ਨਹੀਂ ਸੀ, ਨਾ ਹੀ CM ਦੇ ਹੁਕਮਾਂ ਨੂੰ ਮੰਨਣਾ ਸੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸਲੀ ਹੁਕਮ ਤਾਂ ਕਿਤੋਂ ਹੋਰ ਆ ਰਹੇ ਹੈ। ਇਸ ਕਰਕੇ ਇਸ ਤਰ੍ਹਾਂ ਦੀ ਅਸਰਟ ਕਰਨਾ ਜ਼ਰੂਰੀ ਵੀ ਸੀਗਾ ਇਸ ਟਾਈਮ। ਔਰ ਫੌਜਾ ਸਿੰਘ ਸਰਾਰੀ ਨੂੰ ਹਟਾਉਣ ਦਾ ਮਾਮਲਾ, ਫੌਜਾ ਸਿੰਘ ਸਰਾਰੀ ਤੁਹਾਨੂੰ ਯਾਦ ਹੋਊਗਾ ਕਿ ਉਹ ਅਰਵਿੰਦ ਕੇਜਰੀਵਾਲ ਹੋਰਾਂ ਨਾਲ ਖੁਦ ਮੀਟਿੰਗ ਵੀ ਕਰਕੇ ਆਏ ਸੀ ਕਿ ਮੇਰਾ ਕਸੂਰ ਕੁਝ ਨਹੀਂ ਹੈਗਾ, ਮੈਂ ਆਪਣੀ ਸਾਰੀ ਸਫਾਈ ਵੀ ਦੇ ਕੇ ਆਇਆ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਭਗਵੰਤ ਮਾਨ ਉਹਨੂੰ ਹਟਾਉਣਾ ਚਾਹੁੰਦੇ ਆ ਔਰ ਕਿਸੇ ਵੀ ਟਾਈਮ ਹਟਾ ਸਕਦੇ ਆ। ਇਸ ਕਰਕੇ ਉਹ ਬਹੁਤ ਲੰਬੀ ਮੀਟਿੰਗ ਵੀ ਕਰਕੇ ਆਏ, ਪਰ ਅਚਾਨਕ ਉਹਨਾਂ ਨੇ ਫੈਸਲਾ ਲਿੱਤਾ ਔਰ ਉਹਦੀ ਜਗ੍ਹਾ ਤੇ ਬਲਬੀਰ ਸਿੰਘ ਹੋਰਾਂ ਨੂੰ, ਜਿਹੜੇ ਆਪ ਦੇ ਫਾਰਮਰ ਕਨਵੀਨਰ ਰਹੇ ਨੇ, ਉਹਨਾਂ ਨੂੰ ਇੱਥੇ ਮੰਤਰੀ ਵਜੋਂ ਲੈ ਲਿਆ। ਇਸੇ ਤਰ੍ਹਾਂ ਹੀ ਇੱਕ ਫੈਸਲਾ ਹੋਰ ਜਿਹੜਾ ਜੀਰਾ ਫੈਕਟਰੀ ਦਾ ਸੀਗਾ, ਜੀਰਾ ਫੈਕਟਰੀ ਵਾਲਾ ਕਿਉਂਕਿ ਜਿਹੜੇ ਅੱਜ ਉਹਨਾਂ ਦੇ ਪੁੱਤਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਦੀਪ ਮਲਹੋਤਰਾ ਜੀ ਦੇ, ਉਹਨਾਂ ਦਾ ਦਿੱਲੀ ਦੇ ਵਿੱਚ ਇਸ ਟਾਈਮ ਪੂਰਾ ਕਾਰੋਬਾਰ ਹੈ, ਜਿਹੜਾ ਸ਼ਰਾਬ ਦਾ ਕਾਰੋਬਾਰ ਦਿੱਲੀ ਦੇ ਵਿੱਚ ਪੂਰਾ ਹੈ, ਔਰ ਉਹ ਆਮ ਆਦਮੀ ਪਾਰਟੀ ਨੇ ਹੀ ਦਿੱਤਾ ਹੋਇਆ ਕਾਰੋਬਾਰ ਉਹਨਾਂ ਨੂੰ। ਤਾਂ ਉਹ ਬੰਦੇ ਦੀ ਫੈਕਟਰੀ ਨੂੰ ਬੰਦ ਕਰਨਾ, ਇਹ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਛੋਟਾ ਫੈਸਲਾ ਸੀ। ਜੇ ਮੁੱਖ ਮੰਤਰੀ ਨੇ ਅਚਾਨਕ ਆ ਕੇ ਇੱਕ ਵੀਡੀਓ ਰਾਹੀਂ ਜਾਰੀ ਕਰਤਾ, ਔਰ ਬੇਸ਼ੱਕ ਉਹਦੇ ਜਿਹੜੇ ਕਲੋਜ਼ਰ ਦੇ ਫਾਰਮਲ ਆਰਡਰ ਨਹੀਂ ਹੋਏ, ਹਜੇ ਵੀ ਨਹੀਂ ਹੋਏ ਹੈਗੇ, ਪਰ ਇਹ ਇੱਕ ਵੱਡਾ ਫੈਸਲਾ ਸੀਗਾ। ਤਾਂ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਕਦਮ ਮੁੱਖ ਮੰਤਰੀ ਨੇ ਚੁੱਕੇ ਨੇ, ਉਹਨਾਂ ਨੂੰ ਲੱਗਣ ਲੱਗ ਗਿਆ ਕਿਤੇ ਨਾ ਕਿਤੇ ਕਿ ਉਹਨਾਂ ਦੀ ਛਵੀ ਜਿਹੜੀ ਹੈ ਉਹ ਵਿਗੜ ਰਹੀ ਹੈ। ਦੇਖੋ ਸੋਸ਼ਲ ਮੀਡੀਆ ਤੇ ਉਹ ਖੁਦ ਵੀ ਬਹੁਤ ਐਕਟਿਵ ਨੇ, ਔਰ ਸੋਸ਼ਲ ਮੀਡੀਆ ਤੇ ਅੱਜ ਕੱਲ ਬਹੁਤ ਤੇਜ਼ੀ ਨਾਲ ਪਤਾ ਲੱਗ ਜਾਂਦਾ ਵੀ ਕੀ ਹੋ ਰਿਹਾ, ਲੋਕ ਚਾਹੁੰਦੇ ਕੀ ਹੈ। ਤਾਂ ਉੱਥੋਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਲੋਕ ਮੇਰੇ ਖਿਲਾਫ ਹੋ ਗਏ ਆ। ਅਚਾਨਕ ਹੀ ਬਹੁਤ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪੰਜਾਬ ਦੀ ਮਾਨਸਿਕਤਾ ਜਿਹੜੀ ਹੈਗੀ ਹੈ ਉਹ ਅੜਨ ਵਾਲੇ ਲੀਡਰ ਨਾਲ ਖੜਨ ਦੀ ਹੈ, ਨਾ ਕਿ ਜਿਹੜਾ ਥੱਲੇ ਲੱਗਣ ਵਾਲਾ ਲੀਡਰ ਹੈ ਉਹਦੇ ਨਾਲ ਖੜਨ ਦੀ। ਜੀ ਭਾਸਕਰ ਸਾਹਿਬ, ਮੈਨੂੰ ਯਾਦ ਹੈ ਤੁਹਾਡੀ ਉਦੋਂ ਫੌਜਾ ਸਿੰਘ ਸਰਾਰੀ ਦੇ ਮਾਮਲੇ ਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਸੀ, ਜਿਹਨੇ ਆਡੀਓ ਵਾਲੀ ਗੱਲ ਜਿੱਥੋਂ ਨਿਕਲ ਕੇ ਆਈ, ਤਰਸੇਮ ਲਾਲ ਦੀ ਗੱਲ ਸ਼ਾਇਦ ਅਸੀਂ ਕਰਦੇ ਹਾਂ, ਉਹਨਾਂ ਨਾਲ ਵੀ ਗੱਲਬਾਤ ਹੋਈ ਸੀ, ਔਰ ਕਿਵੇਂ ਰਾਘਵ ਚੱਡਾ ਇੱਕ ਸਮਝੌਤਾ ਕਰਾਉਣ ਵਾਲੇ ਪਾਸੇ ਚਲੇ ਜਾਂਦੇ ਆ, ਜਿਹਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ, ਸ਼ਾਇਦ 39 ਸੈਕਟਰ ਵਾਲੀਆਂ ਕੋਠੀਆਂ ਚੋਂ ਕਿਸੇ ਦੇ ਵਿੱਚ ਆਪਸ ਵਿੱਚ ਬਹਿ ਬਿਠਾ ਵੀ ਹੋ ਗਿਆ ਸੀ ਬਹੁਤ ਪਹਿਲਾਂ। ਮੈਂ ਤੁਹਾਡੇ ਕੋਲ ਵੀ ਗੱਲ ਲੈਣੀ ਆ, ਲੇਕਿਨ ਦੂਜੇ ਬੰਨੇ ਇਹ ਵੀ ਸਵਾਲ ਬਹੁਤ ਅਹਿਮ ਆ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਕੋਈ ਛੋਟੇ ਆਗੂ ਨਹੀਂ ਸੀ, ਵੱਡੇ ਲੀਡਰ ਸੀ, LOP ਸੀਗੇ, ਜਦੋਂ ਉਹ ਵਿਰੋਧ ਕਰਦੇ ਆ, ਉਹਨਾਂ ਨੂੰ ਲਾ ਕੇ ਸੁੱਟਤਾ ਜਾਂਦਾ ਹੈ। ਉਹਨਾਂ ਦੇ ਨਾਲ ਕੁਝ ਇੱਕ MLA ਗਏ ਸੀ, ਬਾਕੀ ਬਹੁ ਗਿਣਤੀ MLA ਕੇਂਦਰ ਨਾਲ ਗਏ ਸੀ, ਮਤਲਬ ਕੇਜਰੀਵਾਲ ਨਾਲ ਗਏ ਸੀਗੇ। ਇਸ ਕਰਕੇ ਇਹ ਔਖਾ ਹੁੰਦਾ ਇਸ ਤਰ੍ਹਾਂ ਦੇ ਸਟੈਪ ਲੈਣਾ। ਪਰ ਕਿਉਂਕਿ ਪੰਜਾਬ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਕੱਖ ਨਹੀਂ ਬਦਲਿਆ, ਚੱਕ ਲੋ ਬਦਲਾ, ਆਹ ਫੜ ਲੋ ਬਦਲਾ, ਇਹ ਸਲੋਗਨ ਰੋਜ਼ ਤੈਰਦੇ ਸੋਸ਼ਲ ਮੀਡੀਆ ਤੇ, ਔਰ ਇਹ ਪਰਸੈਪਸ਼ਨ ਬਣ ਰਹੀ ਸੀ ਕਿ ਕੱਖ ਨਹੀਂ ਹੋਣ ਵਾਲਾ। ਮੈਂ ਇੱਕ ਹੋਰ ਸਵਾਲ ਇੱਥੇ ਭਾਸਕਰ ਸਾਹਿਬ ਕਰਕੇ ਤੁਹਾਡੇ ਵੱਲ ਜਾਣਾ ਕਿ ਇਸ ਵੇਲੇ ਕੇਂਦਰ ਦੀ ਇਸ ਏਜੰਸੀ ਨੇ, ED ਨੇ, ਇਹ ਮੌਕਾ ਠੀਕ ਭਾਲਿਆ ਕਿ ਜਦੋਂ ਪੰਜਾਬ ਦੇ ਵਿੱਚ ਦੀਪ ਮਲਹੋਤਰਾ ਨੂੰ ਉਹ ਟ੍ਰੀਟਮੈਂਟ ਨਹੀਂ ਮਿਲਿਆ ਲੋਕਾਂ ਦੇ ਦਬਾਅ ਕਰਕੇ, ਕਿ ਉਹਨੂੰ ਵਾਅਦਾ ਮਾਫ ਗਵਾਹ ਬਣਾਉਣ ਵਾਲੇ ਪਾਸੇ ਵੀ ਲੈ ਕੇ ਜਾਇਆ ਜਾ ਸਕਦਾ।
ਆਉਂਦੇ ਦਿਨਾਂ 'ਚ ਕੇਜਰੀਵਾਲ ਸਾਹਿਬ ਜਾਂ ਉਹਨਾਂ ਦੇ ਨਾਲ ਜੁੜੇ ਲੋਕਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਸਕਦਾ? ਕੋਈ ਐਸੇ ਛੁਪੇ ਰਾਜ, ਕੋਈ ਐਸੀਆਂ ਗੱਲਾਂ ਵੀ ਹੈਗੀਆਂ ਜਿਹੜੀਆਂ ਬਾਹਰ ਆ ਸਕਦੀਆਂ? ਕਿਉਂਕਿ ਪਿਛਲੇ ਦਿਨਾਂ 'ਚ 2 ਚਾਰਜ ਸ਼ੀਟ ਨੇ ਕਈ ਚੀਜ਼ਾਂ ਨੰਗੀਆਂ ਕੀਤੀਆਂ ਨੇ ਕਿ ਇਸ ਵੇਲੇ ਟਾਈਮਿੰਗ ਨੂੰ ਲੈ ਕੇ ਵੀ ਸਵਾਲ ਕੀਤਾ ਜਾ ਸਕਦਾ। 2 ਚੀਜ਼ਾਂ ਇਕੱਠੀਆਂ, ਇੱਕ ਬੰਨੇ ਜੀਰਾ ਫੈਕਟਰੀ ਬੰਦ ਹੋ ਰਹੀ, ਦੂਜੇ ਬੰਨੇ ਦੀਪ ਮਲਹੋਤਰਾ ਦਾ ਪੁੱਤਰ ਕੇਂਦਰ ਦੀ ਏਜੰਸੀ ਦੇ ਸ਼ਿਕੰਜੇ 'ਚ। ਰੰਧਾਵਾ ਜੀ, ਪੰਜਾਬੀਆਂ ਦੀ ਮਾਨਸਿਕਤਾ ਦੀ ਗੱਲ ਤੋਂ ਗੱਲ ਸ਼ੁਰੂ ਹੋਈ। ਪੰਜਾਬੀ ਖੜੇ ਨਾਲ ਖੜਦੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਦੋਂ ਤੋਂ ਭਗਵੰਤ ਮਾਨ ਸਰਕਾਰ ਬਣੀ ਹੈ ਤਦੋਂ ਤੋਂ ਪੰਜਾਬ ਦੇ ਵਿੱਚ ਇੱਕ ਗੱਲ ਬੜੇ ਪੁਰਜ਼ੋਰ ਤਰੀਕੇ ਨਾਲ ਚੱਲਦੀ ਹੈ ਕਿ ਭਗਵੰਤ ਮਾਨ ਉਹਨਾਂ ਇੰਡੀਪੈਂਡੈਂਟ ਹੋਣਗੇ, ਕਿ ਕੇਜਰੀਵਾਲ ਉਹਨਾਂ ਦੇ ਦਬਾਅ ਦੇ ਉੱਤੇ ਹੀ ਕੰਮ ਕਰਨਗੇ। ਜਦ ਗੱਲ ਸ਼ੁਰੂ ਹੋਈ ਸੀ 16 ਮਾਰਚ ਨੂੰ, 4 ਕੁ ਮਹੀਨੇ ਪਹਿਲੇ ਤੱਕ ਤੇ ਐਦਾਂ ਹੀ ਲੱਗਦਾ ਸੀਗਾ ਵੀ ਭਗਵੰਤ ਮਾਨ ਉਹਨਾਂ ਹੁਣ ਥੱਲੇ ਲੱਗ ਚੁੱਕੇ ਨੇ। 2 ਪਾਵਰ ਸੈਂਟਰ ਦੀ ਗੱਲ ਕਈ ਵਾਰ ਹੋਈ, ਰਾਘਵ ਚੱਡਾ ਉਹਨਾਂ ਨੂੰ ਜਿਹੜਾ ਐਡਵਾਈਜ਼ਰੀ ਪੈਨਲ ਦਾ ਹੈੱਡ ਵੀ ਬਣਾਇਆ ਗਿਆ, ਪਰ ਉਹ ਨੋਟੀਫਿਕੇਸ਼ਨ ਰੁਲ ਗਈ। ਪਰ ਅਨਿਰੁੱਧ ਤਿਵਾਰੀ ਉਹਨਾਂ ਦੀ ਗੱਲ, ਜਿਹੜੇ ਪਹਿਲੇ ਚੀਫ ਸੈਕਟਰੀ ਸੀ ਸਰਕਾਰ ਦੇ, ਤੁਹਾਨੂੰ ਯਾਦ ਹੋਏਗਾ ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਸੀ ਕਿ ਮੈਨੂੰ ਮੁੱਖ ਮੰਤਰੀ ਤੋਂ ਇਲਾਵਾ ਕਿਸੇ ਹੋਰ ਦਫ਼ਤਰ ਦੇ ਵਿੱਚ ਜਾ ਕੇ ਸਾਰੀ ਚੀਜ਼ਾਂ ਐਕਸਪਲੇਨ ਕਰਨੀ ਪੈਂਦੀ ਹੈ, ਜਿਹਨੂੰ ਉਹਨਾਂ ਨੇ ਹਿਊਮਿਲੇਸ਼ਨ ਵੀ ਸਮਝਿਆ ਸੀਗਾ। ਉਹ ਗੱਲ ਬਾਹਰ ਵੀ ਨਿਕਲ ਸੀ, ਉਹਨਾਂ ਨੂੰ ਹਟਾ ਵੀ ਦਿੱਤਾ ਗਿਆ ਸੀ। ਹੁਣ ਕੁਝ ਦਿਨਾਂ ਤੋਂ ਭਾਵੇਂ ਫੌਜਾ ਸਿੰਘ ਸਰਾਰੀ ਦਾ ਮਾਮਲਾ ਹੋਏ, ਫੌਜਾ ਸਿੰਘ ਸਰਾਰੀ ਦੀ ਉਸ ਆਡੀਓ ਲੀਕ ਹੋਣ ਤੋਂ 4 ਮਹੀਨੇ ਤੱਕ ਉਹ ਕੰਟੀਨਿਊ ਰਹਿੰਦੇ ਨੇ। ਰਾਘਵ ਚੱਡਾ ਉਹਨਾਂ ਵਿੱਚ ਬਚਾਵ ਦੀ ਵੀ ਗੱਲ ਕਰਦੇ ਨੇ, ਇੱਕ ਕਮਰੇ ਦੇ ਵਿੱਚ ਹਰਚੰਦ ਸਿੰਘ ਬਰਸਤ ਉਹਨਾਂ ਦੇ ਨਾਲ ਬਿਠਾਇਆ ਵੀ ਜਾਂਦਾ ਵੀ ਕਿਸੇ ਤਰੀਕੇ ਨਾਲ ਸਮਝੌਤਾ ਕਰੋ, ਪਰ ਉਹ ਹੋ ਨਹੀਂ ਪਾਉਂਦਾ। ਅਲਟੀਮੇਟਲੀ ਅਚਾਨਕ ਇੱਕ ਖਬਰ ਆਉਂਦੀ ਹੈ ਕਿ ਫੌਜਾ ਸਿੰਘ ਸਰਾਰੀ ਉਹਨਾਂ ਨੂੰ ਕੈਬਨਿਟ ਤੋਂ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਬਤੌਰ ਕੈਬਨਿਟ ਮੰਤਰੀ ਲੈ ਲਿੱਤਾ ਗਿਆ। ਇਹਦੇ ਵਿੱਚ ਇਹ ਵੀ ਗੱਲਾਂ ਪਤਾ ਲੱਗੀਆਂ ਕਿ ਬਹੁਤਾ ਦਿੱਲੀ ਦਾ ਇੰਟਰਵੈਂਸ਼ਨ ਉਹਦੇ ਵਿੱਚ ਨਹੀਂ ਸੀਗਾ। ਉਸ ਤੋਂ ਬਾਅਦ ਜੀਰਾ ਫੈਕਟਰੀ ਨੂੰ ਕਲੋਜ਼ਰ ਵਾਲੀ ਗੱਲ ਦੀ ਅਨਾਉਂਸਮੈਂਟ ਜਦ 17 ਜਨਵਰੀ ਨੂੰ ਮੁੱਖ ਮੰਤਰੀ ਕਰਦੇ ਨੇ, ਔਰ ਉਹਦੇ ਨਾਲ ਨਾਲ ਇਹ ਵੀ ਖਬਰ ਨਸ਼ਰ ਹੁੰਦੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ, ਖਾਸ ਕਰਕੇ ਟਾਪ ਅਫੀਸ਼ੀਅਲਸ ਨੂੰ ਵੀ ਇਸ ਡਿਸੀਜਨ ਦਾ ਨਹੀਂ ਪਤਾ ਸੀ, ਔਰ ਭਗਵੰਤ ਮਾਨ ਉਹਨਾਂ ਦੀ ਅਨਾਉਂਸਮੈਂਟ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ। ਔਰ ਇਹ ਵੀ ਐਲੀਗੇਸ਼ਨ ਸਰਕਾਰ ਦੇ ਉੱਤੇ ਲੱਗਿਆ ਸੀਗਾ ਕਿਉਂਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਉੱਤੇ ਵਿੱਚ ਦੀਪ ਮਲਹੋਤਰਾ ਉਹਨਾਂ ਦਾ ਬੜਾ ਵੱਡਾ ਇੱਕ ਸਟੇਕ ਹੈ, ਤਾਂ ਕਰਕੇ ਇਸ ਫੈਕਟਰੀ ਨੂੰ ਬਚਾਇਆ ਜਾ ਰਿਹਾ ਹੈ। ਉਹ 20 ਕਰੋੜ ਦਾ ਜੁਰਮਾਨਾ ਜਿਹੜਾ ਹਾਈ ਕੋਰਟ ਨੇ ਲਾਇਆ ਸੀ, ਉਹਨੂੰ ਚੈਲੰਜ ਕਿਉਂ ਨਹੀਂ ਕੀਤਾ ਗਿਆ? ਇਹ ਵੀ ਇੱਕ ਵੱਡਾ ਸਵਾਲ ਸਰਕਾਰ ਦੇ ਸਾਹਮਣੇ ਖੜਾ ਹੋਇਆ ਸੀ। ਹੁਣ ਮਨਜੀਤ ਸਿੰਘ ਸਿੱਧੂ ਉਹਨਾਂ ਨੂੰ OSD ਲਾਤਾ, ਜਿਹੜੇ ਉਹਨਾਂ ਦੇ ਪੁਰਾਣੇ ਦੋਸਤ ਸੀਗੇ, ਔਰ ਨਾਲ ਦੇ ਨਾਲ ਨਵਲ ਅਗਰਵਾਲ ਜਿਹੜੇ ਦਿੱਲੀ ਤੋਂ ਭੇਜੇ ਹੋਏ ਬੰਦੇ ਸੀਗੇ, ਉਹਨਾਂ ਦੀ ਫਾਈਲ ਨੂੰ ਕੈਬਨਿਟ ਦੇ ਵਿੱਚ ਡਿਸਕਸ ਤੱਕ ਨਹੀਂ ਕੀਤਾ ਗਿਆ। ਹੁਣੇ ਇੰਦਰਪ੍ਰੀਤ ਹੋਰਾਂ ਨੇ ਵੀ ਗੱਲ ਕੀਤੀ ਹੈ ਕਿ ਕੁਝ ਟ੍ਰਾਂਸਫਰਾਂ ਦੀ ਫਾਈਲ ਪਿਛਲੇ ਦਿਨਾਂ ਦੇ ਵਿੱਚ VK ਜੰਜੂਆ ਉਹਨਾਂ ਨੇ ਭੇਜੀ ਸੀਗੀ ਮੁੱਖ ਮੰਤਰੀ ਕੋਲ, ਉਹਨਾਂ ਨੇ ਵਾਪਸ ਲਾਤੀ, ਔਰ ਨੇ ਕੁਝ ਅਫਸਰਾਂ ਦੇ ਨਾਂ ਐਡ ਕੀਤੇ, ਕੁਝ ਦੇ ਡਿਲੀਟ ਕੀਤੇ, ਔਰ ਬਾਅਦ ਚੋਂ ਉਸ ਹਿਸਾਬ ਨਾਲ ਹੀ ਉਹ ਫਾਈਲ, ਉਹ ਟ੍ਰਾਂਸਫਰ ਲਿਸਟ ਰਿਲੀਜ਼ ਹੋਈ। ਇਹ ਸਾਰੀ ਗੱਲਾਂ ਦੇ ਉੱਤੇ ਤੁਸੀਂ ਰਾਹੁਲ ਗਾਂਧੀ ਉਹਨਾਂ ਦਾ ਉਹ ਬਿਆਨ ਵੀ ਦੇਖੋ, ਜਦੋਂ ਭਾਰਤ ਜੋੜੋ ਯਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਨੇ, ਇੱਕੋ ਹੀ ਗੱਲ ਕਹਿੰਦੇ ਨੇ। ਭਗਵੰਤ ਮਾਨ ਉਹਨਾਂ ਦੀ ਮੈਂ ਬਹੁਤ ਰਿਸਪੈਕਟ ਕਰਨਾ, ਪਰ ਭਗਵੰਤ ਮਾਨ ਜੀ, ਕੇਜਰੀਵਾਲ ਉਹਨਾਂ ਦੇ ਦਬਾਅ ਦੇ ਵਿੱਚ ਨਾ ਚੱਲੋ, ਤੁਸੀਂ ਪੰਜਾਬ ਨੂੰ ਪੰਜਾਬ ਤੋਂ ਚਲਾਓ। ਇਹ ਗੱਲ ਲੱਗਦਾ ਹੈ ਦਿਲ ਤੇ ਲੈ ਲਈ ਮੁੱਖ ਮੰਤਰੀ ਉਹਨਾਂ ਨੇ। ਪਰ ਹਾਂ, ਤੁਸੀਂ ਜਿਹੜਾ ਸਵਾਲ ਉਠਾਇਆ ਕਿ ਕੇਜਰੀਵਾਲ ਉਹਨਾਂ ਦੇ ਦਬਾਅ ਤੋਂ ਥੱਲੇ ਨਿਕਲ ਕੇ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਰਹਿ ਪਾਣਗੇ, ਕਿਉਂਕਿ ਨਾਰਮਲੀ ਜਿੰਨੀ ਵੀ ਪਾਰਟੀਆਂ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਇਹ ਗੱਲ ਹੈ, ਜਿਸਨੇ ਵੀ ਕੇਜਰੀਵਾਲ ਉਹਨਾਂ ਦਾ ਵਿਰੋਧ ਕੀਤਾ ਜਾਂ ਕੇਜਰੀਵਾਲ ਉਹਨਾਂ ਦੇ ਆਖੇ ਨਹੀਂ ਲੱਗੇ, ਉਹ ਆਪਣੀ ਜਾਂ ਤਾਂ ਪਾਰਟੀ 'ਚ ਨਹੀਂ ਰਿਹਾ, ਪਾਰਟੀ ਤੋਂ ਕੱਢ ਦਿੱਤਾ ਗਿਆ, ਜਾਂ ਫਿਰ ਉਹ ਮੁੱਖ ਮੰਤਰੀ, ਕਿਉਂਕਿ ਕੇਜਰੀਵਾਲ ਉਹਨਾਂ ਤੋਂ ਬਾਅਦ ਦੂਜੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਹੀ ਹੈ। ਹੁਣ ਇਹ ਫੋਟੋ ਭਾਵੇਂ ਮੁਹੱਲਾ ਕਲੀਨਿਕ ਦੇ ਵਿੱਚ ਹੁਣ ਭਗਵੰਤ ਮਾਨ ਉਹਨਾਂ ਦੀ ਲੱਗਦੀ ਹੈ, ਹੋ ਸਕਦਾ ਪਹਿਲੇ ਕੇਜਰੀਵਾਲ ਉਹਨਾਂ ਨੇ ਆਪਣੀ ਫੋਟੋ ਦਾ ਕੋਈ ਪਲਾਨ ਕੀਤਾ ਹੋਏ, ਪਰ ਸੰਵਿਧਾਨਕ ਤੌਰ ਤੇ ਉਹ ਸੰਭਵ ਨਹੀਂ ਹੈ ਜੀ। ਨਹੀਂ, ਸੰਭਵ ਨਹੀਂ ਹੈ, ਪਰ ਕਈ ਐਡਵਰਟਾਈਜ਼ਮੈਂਟ ਦੇ ਵਿੱਚ ਤੁਸੀਂ ਇਹ ਦੇਖਿਆ ਹੋਏਗਾ, ਪੰਜਾਬ ਦੇ ਵਿੱਚ ਕੋਈ ਵੀ ਨਵੀਂ ਸਕੀਮ ਹੁੰਦੀ ਸੀ, ਉਹਦੇ ਵਿੱਚ ਕੇਜਰੀਵਾਲ ਉਹਨਾਂ ਨੂੰ ਜ਼ਿਆਦਾ ਤਰੀਕੇ ਨਾਲ ਤਵੱਜੋ ਦਿੱਤੀ ਜਾਂਦੀ ਸੀ, ਪਰ ਉਹ ਤਵੱਜੋ ਮਿਲਣੀ ਹੁਣ ਘੱਟ ਹੋ ਗਈ। ਕੀ ਅਸੀਂ ਇਸ ਚੀਜ਼ ਨੂੰ ਐਦਾਂ ਹੀ ਲੈ ਸਕਦੇ ਹਾਂ ਕਿ ਹੁਣ ਰਿਮੋਟ ਕੰਟਰੋਲ ਤੋਂ ਭਗਵੰਤ ਮਾਨ ਉਹਨਾਂ ਨਹੀਂ ਚੱਲਣਗੇ, ਜਾਂ ਫਿਰ ਇਹ ਗੱਲਾਂ ਕਰਕੇ ਅਸੀਂ ਭਗਵੰਤ ਮਾਨ ਉਹਨਾਂ ਦੀ ਮੁਸੀਬਤਾਂ ਨੂੰ ਵਧਾ ਰਹੇ ਹਾਂ? ਇਹ ਵੀ ਇੱਕ ਸਵਾਲ ਹੈਗਾ। ਇਹ ਵੀ ਸਵਾਲ ਹੈ ਕਿ ਮੂਵਮੈਂਟਸ ਬੜੀ ਵਾਰੀ ਸੱਤਾ ਦਬਾ ਤਾਂ ਦਿੰਦੀਆਂ ਨੇ। ਇਹ ਸੱਤਾ ਇੱਕ ਵਾਰੀ ਭਾਵੇਂ ਉਹ ਪਾਰਲੀਮੈਂਟ ਮੈਂਬਰਸ ਦੇ ਰੂਪ ਦੇ ਵਿੱਚ ਹੀ ਹੋਵੇ, ਸਿਮਰਨਜੀਤ ਸਿੰਘ ਮਾਨ ਨੂੰ ਉਸ ਦੌਰ ਦੇ ਵਿੱਚ ਮਿਲੀ ਸੀ, ਲੋਕ ਆਪ ਮੁਹਾਰੇ ਨਾਲ ਗਏ ਸੀ, ਲੇਕਿਨ ਬਾਅਦ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ। ਪੰਜਾਬ ਦੇ ਵਿੱਚ ਵੀ ਇਸ ਵਾਰੀ ਇਹ ਵੋਟਾਂ ਰਵਾਇਤੀ ਪਾਰਟੀਆਂ ਦੇ ਖਿਲਾਫ ਪਈਆਂ ਨੇ, ਔਰ ਇੱਕ ਬਹੁਤ ਵੱਡੀ ਮੁਹਿੰਮ, ਇੰਜ ਲੱਗਦਾ ਸੀ ਜਿਵੇਂ ਸਾਰੇ ਲੋਕਾਂ ਨੇ ਕਿਤੇ ਬਹਿ ਕੇ ਫੈਸਲਾ ਕੀਤਾ ਹੁੰਦਾ,
ਇੱਕ ਪਾਸਿਓਂ ਲੈ ਕੇ ਦੂਜੇ ਪਾਸੇ ਤੱਕ ਐਂਡ ਤੱਕ ਪਠਾਨਕੋਟ ਤੋਂ ਅਬੋਹਰ ਤੱਕ ਇੱਕੋ ਤਰ੍ਹਾਂ ਦਾ ਵੋਟ ਪੈਟਰਨ ਰਿਹਾ। ਜੇ ਲੋਕਾਂ ਨੇ ਤੁਹਾਨੂੰ ਸਮਾਨ ਦਿੱਤਾ ਤੇ ਹੁਣ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਵੀ ਤੁਹਾਡੀ ਜ਼ਿੰਮੇਵਾਰੀ ਸੀ। ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ ਸਰਕਾਰ ਬਣਨ ਤੋਂ ਬਾਅਦ ਜਦੋਂ 7 ਮੈਂਬਰ ਰਾਜ ਸਭਾ 'ਚ ਭੇਜਣੇ ਸੀ, ਇਹ ਪ੍ਰੀਖਿਆ ਸੀ। ਜਿੰਨਾ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ, ਤੁਸੀਂ ਉਹਨਾਂ ਨੂੰ ਫਾਰ ਗ੍ਰਾਂਟਡ ਨਹੀਂ ਲੈ ਸਕਦੇ, ਦਰਕਨਾਰ ਨਹੀਂ ਕਰ ਸਕਦੇ। ਕੀਤਾ ਗਿਆ। ਉਹ ਲੋਕ ਜਿਹੜੇ ਬਿਲਕੁਲ ਤੁਹਾਨੂੰ ਬਿਨਾਂ ਕਿਸੇ ਐਮਐਲਏ ਦਾ ਮੂੰਹ ਦੇਖਿਆ, ਨਾਂ ਦੇਖਿਆ, ਕੇਜਰੀਵਾਲ ਸਾਹਿਬ ਨੂੰ, ਭਗਵੰਤ ਮਾਨ ਨੂੰ, ਦੋਨਾਂ ਨੂੰ ਪੈ ਗਏ, ਉਹਨਾਂ ਨੂੰ ਵੋਟਾਂ ਪਾਤੀਆਂ ਉਹਨਾਂ ਨੇ। ਉਹਨਾਂ ਲੋਕਾਂ ਦੀ ਕਦਰ ਕਰਨੀ ਇਸ ਪਾਰਟੀ ਨੇ ਜ਼ਰੂਰੀ ਨਹੀਂ ਸਮਝੀ। 7 ਬੰਦੇ ਬਿਹਤਰੀਨ ਪੰਜਾਬੀ ਲਏ ਜਾ ਸਕਦੇ ਸੀ, ਲੇਕਿਨ ਕਾਰੋਬਾਰੀਆਂ ਨੂੰ ਤਰਜੀਹ ਦਿੱਤੀ ਗਈ। ਇਹ ਆਮ ਲੋਕਾਂ ਦੇ ਵਿੱਚ ਪਰਸੈਪਸ਼ਨ ਬਣੀ ਹੋਈ ਆ ਕਿ ਆਮ ਆਦਮੀ ਪਾਰਟੀ ਵੀ ਪੈਸੇ ਵਾਲਿਆਂ ਮਗਰ ਜਾਂਦੀ, ਧਨਾਡਾ ਮਗਰ ਜਾਂਦੀ, ਵੱਡੇ ਲੋਕਾਂ ਮਗਰ ਜਾਂਦੀ ਹੈ। ਕਾਬਲੀਅਤ ਦੇ ਪਿੱਛੇ ਨਹੀਂ ਜਾਂਦੀ, ਸਮਰੱਥਾ ਦੇ ਪਿੱਛੇ ਨਹੀਂ ਜਾਂਦੀ, ਚਿਹਰਿਆਂ ਦੇ ਪਿੱਛੇ ਨਹੀਂ ਜਾਂਦੀ, ਕਿਸੇ ਖਿੱਤੇ ਦੇ ਹਤੈਸ਼ੀ ਲੋਕਾਂ ਦੇ ਪਿੱਛੇ ਨਹੀਂ ਜਾਂਦੀ। ਇਹ ਦੂਜਿਆਂ ਤੋਂ ਵੱਖਰੀ ਕਿਵੇਂ? ਅੱਜ ਜੇ ਮੁੱਖ ਮੰਤਰੀ ਥੋੜਾ ਜਿਹਾ ਦਮ ਦਿਖਾ ਰਿਹਾ ਤਾਂ ਇੱਕ ਸਵਾਲ ਖੜਾ ਹੋ ਰਿਹਾ ਕਿ ਭਗਵੰਤ ਮਾਨ ਤੋਂ ਵੱਧ ਸਿਆਸੀ ਕੋਈ ਨਹੀਂ। ਉਹ ਲਗਾਤਾਰ ਉਤਰਾਅ ਚੜਾਅ ਦੇ ਬਾਵਜੂਦ ਜੇ ਇੱਕ ਵਿਅਕਤੀ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਦਾ ਹੈ ਤੇ ਤੁਸੀਂ ਉਹਨੂੰ ਐ ਨਹੀਂ ਸੋਚ ਸਕਦੇ ਕਿ ਉਹਦੀ ਸਿਆਸੀ ਸਮਝ ਕੱਚੀ ਆ, ਕਮਜ਼ੋਰ ਆ। ਇੱਥੇ ਵੱਡੇ ਵੱਡੇ ਕਾਂਗਰਸੀ, ਇੱਥੇ ਵੱਡੇ ਵੱਡੇ ਕਈ ਲੋਕ ਫਿਸਲ ਗਏ। ਪ੍ਰਤਾਪ ਸਿੰਘ ਬਾਜਵਾ ਇਸ ਗੱਲ ਦੀ ਸ਼ਾਦੀ ਭਰਨਗੇ, ਭਾਵੇਂ ਆਲੋਚਨਾ ਕਰਦੇ ਆ ਕਿ ਮੁੱਖ ਮੰਤਰੀ ਦੀ ਕੁਰਸੀ ਹੱਥ 'ਚ ਆਈ ਕੈਪਟਨ ਅਮਰਿੰਦਰ ਖੋਹ ਕੇ ਲੈ ਗਏ ਜਦੋਂ ਪ੍ਰਧਾਨਗੀ ਬਾਜਵੇ ਕੋਲ ਸੀ। ਸੋ ਇਹ ਜਿਹੜੀ ਕਈ ਹਨੇਰੀਆਂ ਚੱਲਣ ਦੇ ਬਾਵਜੂਦ, ਭਗਵੰਤ ਮਾਨ ਦਾ ਵਿਰੋਧ ਹੋਣ ਦੇ ਬਾਵਜੂਦ, ਉੱਪਰ ਵਾਲਿਆਂ ਨਾਲ ਟਕਰਾਅ ਹੋਣ ਦੇ ਬਾਵਜੂਦ, ਕਈ ਵਾਰੀ ਰੁੱਸ ਰਸਾਈਆਂ ਹੋਣ ਦੇ ਬਾਵਜੂਦ, ਜੇ ਉਹ ਅਖੀਰ ਇੱਕ ਕੁਰਸੀ ਹਾਸਲ ਕਰ ਜਾਂਦੇ ਆ ਤੇ ਸਿਆਸੀ ਸਮਝ ਕਮਜ਼ੋਰ ਨਹੀਂ। ਮੇਰਾ ਸਿਰਫ ਇਹ ਸਵਾਲ ਉਠਾਉਣ ਦਾ ਮਤਲਬ ਇੰਨਾ ਹੀ ਆ ਇੰਦਰਪ੍ਰੀਤ ਜੀ ਕਿ ਕੀ ਮੁੱਖ ਮੰਤਰੀ ਇਸ ਵੇਲੇ ਸਿੱਧਾ ਟਕਰਾਅ ਲੈਣ ਦੀ ਸਿਆਸੀ ਜਿਹੜੀ ਕੱਚ ਕਰੜ ਦਿਖਾ ਸਕਦੇ ਆ? ਮੇਰਾ ਖਿਆਲ ਨਹੀਂ। ਜੇ ਉਹਨਾਂ ਨੇ ਅਸਰਟ ਕੀਤਾ, ਜੇ ਉਹਨਾਂ ਨੇ, ਮੈਨੂੰ ਲੱਗਦਾ ਕਿ ਨਹੀਂ ਦਿਖਾਣਗੇ ਨਹੀਂ। ਲੱਗਦਾ ਕਿ ਇਹ ਸੁਪਰੀਮੋ ਨੂੰ ਕਿਤੇ ਸਹਿਮਤੀ 'ਚ ਲੈ ਕੇ ਕਿ ਜਲੰਧਰ ਦੀ ਚੋਣ ਆ ਰਹੀ ਆ, ਪੰਜਾਬੀਆਂ ਨੂੰ ਦਿਖਾਉਣਾ ਪਊਗਾ ਮੁੱਖ ਮੰਤਰੀ ਦਾ ਆਪਣਾ ਇਮੇਜ ਅਕਸ ਜੇ ਖੁਰ ਗਿਆ, ਵੋਟਾਂ ਮੈਂ ਤੁਹਾਨੂੰ ਨਹੀਂ ਲੈ ਕੇ ਦੇ ਸਕਦਾ, ਮੈਨੂੰ ਕੁਝ ਦੇਰ ਲਈ ਮਨਮਰਜ਼ੀ ਕਰਨ ਦਿਓ, ਇਹ ਬੰਦੇ ਪਾਸੇ ਕਰੋ। ਮੈਂ ਮਾਨਸਿਕਤਾ ਸਮਝਦਾ ਹੈ ਔਰ ਇਹ ਜਲੰਧਰ ਦੀ ਚੋਣ ਨੂੰ ਸਾਹਮਣੇ ਰੱਖ ਕੇ ਆਪਣੀ ਪਾਰਟੀ ਲੀਡਰਸ਼ਿਪ ਨੂੰ ਮਨਾ ਕੇ ਇਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਇਹ ਦਿਖਾਇਆ ਜਾ ਰਿਹਾ? ਇਹ ਸਵਾਲ ਵੀ ਉੱਠਣ ਲੱਗ ਗਿਆ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਜਿਹੜੀ ਪਹਿਲਾਂ ਗੱਲ ਕਰ ਰਿਹਾ ਸੀ ਕਿ ਪੰਜਾਬੀਆਂ ਦੀ ਮਾਨਸਿਕਤਾ ਹੀ ਇਦਾਂ ਦੀ ਹੈ, ਉਹ ਖੜਦੇ ਨਾਲ ਖੜਦੇ ਹੈ। ਜਿਹੜਾ ਹੁਣ ਜਿਵੇਂ ਤੁਸੀਂ ਸੰਗਰੂਰ ਬਾਈ ਇਲੈਕਸ਼ਨ ਦੀ ਗੱਲ ਕੀਤੀ ਹੈ, ਸੰਗਰੂਰ ਬਾਈ ਇਲੈਕਸ਼ਨ ਮੁੱਖ ਮੰਤਰੀ ਦੀ ਆਪਣੀ ਸੀਟ ਸੀ, ਜਿਹਨੂੰ ਉਹਨਾਂ ਨੇ 2 ਵਾਰ ਆਪਣੇ ਤੌਰ ਤੇ ਜਿੱਤਿਆ ਸੀ ਔਰ ਬਹੁਤ ਵੱਡੇ ਮਾਰਜਨ ਤੇ ਜਿੱਤੇ ਰਹੇ। ਵੱਡੇ ਵੱਡੇ ਲੀਡਰਾਂ ਨੂੰ ਹਰਾ ਕੇ, ਚਾਹੇ ਵਿਜੇਂਦਰ ਸਿੰਗਲਾ ਹੋਣ, ਸੁਖਦੇਵ ਢੀਂਡਸਾ ਹੋਣ, ਇਹਨਾਂ ਵਰਗੇ ਲੀਡਰਾਂ ਨੂੰ ਹਰਾ ਕੇ ਜਿੱਤੇ। ਚਲੋ ਪਹਿਲੀ ਵਾਰ ਤਾਂ ਮੈਂ ਮੰਨ ਸਕਦਾ ਕਿ ਇੱਕ ਬਹਾਓ ਸੀ, ਬਹਾਓ ਦੇ ਵਿੱਚ 4 ਬੰਦੇ ਜਿੱਤ ਗਏ, ਲੇਕਿਨ ਦੂਜੀ ਵਾਰ ਤੁਹਾਨੂੰ ਯਾਦ ਹੋਊਗਾ 19 ਚ ਤਾਂ ਉਹ ਇਕੱਲੇ ਹੀ ਜਿੱਤੇ ਸੀਗੇ। ਔਰ ਇਕੱਲੇ ਬਹੁਤ ਅਹਿਮੀਅਤ ਹੁੰਦੀ ਹੈ ਜਦੋਂ ਤੁਸੀਂ ਇਕੱਲਾ ਇਹੋ ਜਿਹਾ ਵਿਅਕਤੀ ਫਿਰ ਉਸ ਤਰ੍ਹਾਂ ਦੇ ਵੱਡੇ ਲੀਡਰਾਂ ਨੂੰ ਹਰਾ ਕੇ ਜਿੱਤਿਆ ਹੈ, ਤਾਂ ਇਹਦਾ ਮਤਲਬ ਲੋਕ ਤੁਹਾਡੇ ਨਾਲ ਖੜੇ। ਪਰ ਸਿਰਫ 3 ਮਹੀਨੇ ਬਾਅਦ ਜਿਹੜੇ ਇਲੈਕਸ਼ਨ ਹੋਏ, ਤੁਸੀਂ 92 ਸੀਟਾਂ ਕਿਹਾ ਲੋਕਾਂ ਨੂੰ ਆਈਆਂ, ਇੱਕ ਥਾਂ ਤੇ ਬਹਿ ਕੇ ਲੋਕਾਂ ਨੇ ਵੋਟਾਂ ਪਾਤੀਆਂ। ਮਤਲਬ ਪੈਟਰਨ ਦੇਖੋ, ਵਾਕਈ ਕਮਾਲ ਦੀ ਗੱਲ ਸੀ। ਪਠਾਨਕੋਟ ਤੋਂ ਲੈ ਕੇ ਰਾਜਪੁਰੇ ਤੱਕ ਇੱਕੋ ਤਰ੍ਹਾਂ ਦਾ ਹੀ, ਪਰ 3 ਮਹੀਨੇ 'ਚ ਹੀ ਸਭ ਕੁਝ ਬਦਲ ਗਿਆ। ਇਹਦਾ ਮਤਲਬ ਇਹ ਹੈ ਕਿ ਲੋਕ ਜਿਹੜੇ ਹੈਗੇ ਆ, ਲੋਕਾਂ ਨੂੰ ਜਿਹੜਾ ਲੱਗਦਾ ਹੈ ਨਾ ਕਿ ਵੀ ਮੁੱਖ ਮੰਤਰੀ ਯਾਰ ਸਾਡਾ ਥੱਲੇ ਲੱਗਣ ਲੱਗ ਗਿਆ, ਇਹ ਲੋਕਾਂ ਨੂੰ ਬਰਦਾਸ਼ਤ ਨਹੀਂ ਹੈਗਾ। ਇਸ ਕਰਕੇ ਤੁਸੀਂ ਦੇਖੋ ਉਹਨਾਂ ਨੇ ਜਿਤਾਇਆ ਕਿਹਨੂੰ? ਸਿਮਰਨਜੀਤ ਸਿੰਘ ਮਾਨ ਨੂੰ, ਜਿਹੜੇ ਪਿਛਲੇ ਕਈ ਸਾਲਾਂ ਤੋਂ ਸਿਰਫ 3-3, 4-4 ਹਜ਼ਾਰ ਵੋਟਾਂ ਤੱਕ ਸੀਮਿਤ ਹੋ ਕੇ ਰਹਿ ਗਏ ਸੀ, ਉਹਨਾਂ ਨੂੰ ਜਿਤਾਤਾ ਉਹਨਾਂ ਨੇ। ਤਾਂ ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਹੁਣ ਜਲੰਧਰ ਦੀ ਸੀਟ ਹੈ, ਉਹ ਵੀ ਪਾਰਟੀ ਲਈ ਇੱਕ ਬਹੁਤ ਵੱਡਾ ਸਟੇਕ ਹੈ। ਜਲੰਧਰ ਇੱਕ ਟੈਸਟ ਹੈ, ਉਹ ਟੈਸਟ 24 ਦਾ ਹੈ, ਕਿਉਂਕਿ 24 ਚ ਜੇ ਪਾਰਟੀ ਨੂੰ ਇੱਥੋਂ ਜ਼ਿਆਦਾ ਸੀਟਾਂ ਨਹੀਂ ਆਈਆਂ ਤਾਂ ਪਾਰਟੀ ਦਾ ਮੈਨੂੰ ਲੱਗਦਾ ਅੱਗੇ ਸਟੈਂਡ ਕਰਨਾ ਵੀ ਮੁਸ਼ਕਿਲ ਹੋ ਜਾਏਗਾ। ਜਿਹੜਾ ਪਾਰਟੀ ਦਾ ਪ੍ਰਸਾਰ ਆਮ ਆਦਮੀ ਪਾਰਟੀ ਨੇ ਕੀਤਾ ਹੋਇਆ ਕਿ ਅਸੀਂ ਦੂਜੀਆਂ ਸਟੇਟਾਂ 'ਚ ਵੀ ਜਾਣਾ, ਮੈਨੂੰ ਲੱਗਦਾ ਉਹ ਬਹੁਤ ਬੁਰੀ ਤਰ੍ਹਾਂ ਰੁਕ ਜਾਏਗਾ। ਪਹਿਲਾਂ ਵੀ ਉਹਨਾਂ ਨੂੰ ਪੰਜਾਬ ਨੇ ਹੀ ਰਾਹ ਦਿਖਾਈ ਸੀ ਜਦੋਂ 4 ਸੀਟਾਂ ਆਈਆਂ ਸੀ। ਹੁਣ ਵੀ ਜਲੰਧਰ ਸੀਟ ਪਾਰਟੀ ਲਈ ਬਹੁਤ ਵੱਡਾ ਸਟੇਕ ਹੋਊਗਾ। ਇਸ ਕਰਕੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੈਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਦੀ ਸਹਿਮਤੀ ਨਾਲ ਹੋਊਗਾ। ਮੈਨੂੰ ਲੱਗਦਾ ਕਿ ਨਹੀਂ, ਉਹ ਖੁਦ ਹੀ ਅਸਰਟ ਕਰਨ ਲੱਗੇ ਆ। ਜੋ ਮੈਂ ਉਹਨਾਂ ਦੇ ਫੈਸਲਿਆਂ ਨੂੰ ਦੇਖ ਰਿਹਾ, ਉਹ ਖੁਦ ਅਸਰਟ ਕਰਨ ਲੱਗੇ ਆ।
ਮੈਂ ਬਿਲਕੁਲ ਸਹਿਮਤ ਹਾਂ ਕਿ ਉਹ ਅਸਰਟ ਕਰਨ ਲੱਗੇ, ਨਜ਼ਰ ਆ ਰਿਹਾ, ਬਾਹਰ ਆ ਰਿਹਾ, ਖਬਰ ਬਾਹਰ ਆ ਰਹੀ ਹੈ, ਸਭ ਕੁਝ ਹੋ ਰਿਹਾ। ਪਰ ਸਵਾਲ ਇਸ ਗੱਲ ਦਾ ਹੈ ਕਿ ਕੀ ਕੋਈ ਵਿਅਕਤੀ ਆਪਣੀ ਪਾਰਟੀ ਦੇ ਵਿੱਚ ਜ਼ਿਆਦਾ ਦੇਰ ਤੱਕ ਹਾਈ ਕਮਾਂਡ ਨੂੰ ਦਰਕਨਾਰ ਕਰਕੇ, ਇਗਨੋਰ ਕਰਕੇ, ਉਹਨਾਂ ਦੇ ਖਿਲਾਫ ਖੜ ਕੇ ਉਹਨਾਂ ਦੇ ਫੈਸਲਿਆਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਰਹਿ ਸਕਦਾ? ਮੈਂ ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਾ ਦਿਆਂ ਕਿ ਭਗਵੰਤ ਮਾਨ ਜਦੋਂ ਸੰਗਰੂਰ ਦੇ ਵਿੱਚ ਕੇਜਰੀਵਾਲ ਸਾਹਿਬ ਦੇ ਨਾਲ ਗੱਡੀ ਦੇ ਵਿੱਚ ਸਾਈਡ ਤੇ ਲਮਕੇ ਹੋਏ ਸੀ, ਪੰਜਾਬ ਦੇ ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ, ਬਹੁਤ ਰਿਐਕਟ ਕੀਤਾ ਸੀ ਕਿ ਸਾਨੂੰ ਇਹ ਨਹੀਂ ਚਾਹੀਦਾ, ਇਹ ਨਾਲ ਖਲੋ ਜਾਂਦੇ, ਇਹ ਸਾਈਡ ਦੇ ਉੱਤੇ ਸੁਰੱਖਿਆ ਕਰਮਚਾਰੀਆਂ ਵਾਂਗ, ਭਾਵੇਂ ਉਹ ਇਤਫਾਕ ਹੀ ਹੋਵੇ, ਪਰ ਲੋਕਾਂ ਨੂੰ ਚੰਗਾ ਨਹੀਂ ਸੀ ਲੱਗਿਆ। ਪਰ ਫਿਰ ਮੈਂ ਇੱਕ ਵਾਰੀ ਕਹਿਣਾ ਹੈ ਕਿ ਇਹਦੇ ਵਿੱਚ ਮੂਕ ਸਹਿਮਤੀ ਬਣਾ ਲਈ ਗਈ ਹੋ ਸਕਦੀ ਹੈ ਕਿ ਨਹੀਂ। ਇਹ ਸਵਾਲ ਖੜਾ ਹੋ ਜਾਊਗਾ ਕਿ ਮੁੱਖ ਮੰਤਰੀ ਸਿੱਧਿਓਂ ਇਸ ਗੱਲ ਤੇ ਆ ਗਿਆ ਕਿ ਕੁਰਸੀ ਜਾਂਦੀ ਤੇ ਜਾਵੇ, ਮੈਂ ਇੱਕ ਆਗੂ ਵਜੋਂ ਸਥਾਪਿਤ ਹੋਣਾ, ਮੈਂ ਪੰਜਾਬ ਦੇ ਲੋਕਾਂ ਦੇ ਹੱਕ 'ਚ ਖਲੋ ਕੇ ਆਪਣੀ ਇੱਕ ਇਮੇਜ ਇਤਿਹਾਸ ਵਿੱਚ ਦਰਜ ਕਰਾਉਣੀ ਆ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ। ਨਹੀਂ, ਬਿਲਕੁਲ ਜਿਸ ਤਰੀਕੇ ਨਾਲ ਗੱਲ ਅੱਗੇ ਵਧ ਰਹੀ ਹੈ, ਹੁਣ ਮੁੱਖ ਮੰਤਰੀ ਨੇ ਬਤੌਰ ਮੁੱਖ ਮੰਤਰੀ ਕੰਮ ਕਰਨਾ ਸ਼ੁਰੂ ਕੀਤਾ। ਅਸੀਂ ਉਹਨੂੰ ਕਹਿ ਰਹੇ ਵੀ ਕੇਜਰੀਵਾਲ ਉਹਨਾਂ ਦੇ ਥੱਲੋਂ ਨਿਕਲ ਗਏ। ਹੁਣ ਇਹ ਵਾਲੀ ਗੱਲ ਬਿਲਕੁਲ ਨਹੀਂ ਹੈ। ਤੁਸੀਂ ਕੇਜਰੀਵਾਲ ਉਹਨਾਂ ਨੇ ਜੋ ਫੈਸਲੇ ਦਿੱਲੀ ਤੋਂ ਹੁੰਦੇ ਨੇ, ਭਾਵੇਂ ਉਹ ਮੁਹੱਲੇ ਕਲੀਨਿਕ ਦੀ ਹੋਏ ਜਾਂ ਫਿਰ ਐਜੂਕੇਸ਼ਨ ਦਾ ਸਟੈਂਡਰਡ ਨੂੰ ਹਾਈ ਕਰਨ ਦੀ ਹੋਏ, ਉਹ ਫੈਸਲੇ ਤੇ ਇੰਪਲੀਮੈਂਟ ਹੋਣਗੇ। ਪਰ ਜਿਨ੍ਹਾਂ ਫੈਸਲਿਆਂ ਦੇ ਉੱਤੇ ਮੁੱਖ ਮੰਤਰੀ ਨੂੰ ਇਤਰਾਜ਼ ਕਰਨਾ ਚਾਹੀਦਾ ਹੈ, ਜਿਹੜੀ ਡਬਲ ਪਾਵਰ ਸੈਂਟਰ ਦੀ ਗੱਲ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ, ਕਾਫੀ ਟਾਈਮ ਤੋਂ ਚੱਲ ਰਹੀ ਹੈ। ਨਵਲ ਅਗਰਵਾਲ ਦੀ ਫਾਈਲ ਨੂੰ ਰੋਕਣਾ, ਉਹ ਆਪਣੇ ਆਪ ਵਿੱਚ ਕੇਜਰੀਵਾਲ ਉਹਨਾਂ ਦੇ ਜਾਂ ਦਿੱਲੀ ਦੇ ਆਰਡਰਾਂ ਦੀ ਉਲੰਘਣਾ ਕਰਨਾ, ਉਹਨੂੰ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਦੇਖ ਸਕਦੇ ਹੋ। ਜੀਰਾ ਫੈਕਟਰੀ ਦੀ ਕਲੋਜ਼ਰ ਦੀ ਅਨਾਉਂਸਮੈਂਟ ਇੰਡੀਪੈਂਡੈਂਟ ਜਾਂ ਇੱਕ ਤਰੀਕੇ ਨਾਲ ਬਿਨਾਂ ਕਿਸੇ ਅਫਸਰਾਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਕਰਨਾ, ਇਹ ਜਿਹੜੇ ਐਕਟ ਨੇ ਉਹਨੂੰ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਨੇ ਬਤੌਰ ਮੁੱਖ ਮੰਤਰੀ ਔਰ ਜੋ ਉਹਨਾਂ ਨੂੰ ਪੰਜਾਬ ਦੇ ਵਾਸਤੇ ਠੀਕ ਲੱਗਦਾ ਹੈ ਉਹਨਾਂ ਦਾ ਕੰਮ ਕਰਨਾ ਸ਼ੁਰੂ ਕਰਤਾ ਹੈ। ਇਹ ਪੰਜਾਬ ਵਾਸਤੇ ਬਹੁਤ ਚੰਗੀ ਗੱਲ ਹੈ, ਔਰ ਵੈਸੇ ਇਨਡਾਇਰੈਕਟਲੀ ਆਮ ਆਦਮੀ ਪਾਰਟੀ ਵਾਸਤੇ ਵੀ ਬਹੁਤ ਚੰਗੀ ਗੱਲ ਹੈ, ਜੇ ਅਗਰ ਕੇਜਰੀਵਾਲ ਉਹਨਾਂ ਇਸ ਗੱਲ ਨੂੰ ਮਾਈਂਡ ਨਾ ਕਰਨ। ਪੰਜਾਬ ਚਾਹੁੰਦਾ ਹੀ ਹੈ ਕਿ ਸਾਡਾ ਮੁੱਖ ਮੰਤਰੀ ਖੜਾ ਹੋਏ, ਪੂਰੇ ਡਟ ਕੇ ਹਰ ਮੁੱਦਿਆਂ ਦੇ ਉੱਤੇ ਬੋਲੇ ਔਰ ਕੰਮ ਕਰੇ, ਜੋ ਕਿ ਹੁਣ ਭਗਵੰਤ ਮਾਨ ਉਹਨਾਂ ਨੇ ਕਰਤਾ। ਇਹਦਾ ਫਾਇਦਾ ਜਲੰਧਰ ਦੀ ਬਾਈ ਇਲੈਕਸ਼ਨ ਦੇ ਵਿੱਚ ਹੋ ਵੀ ਸਕਦਾ ਹੈ, ਪਰ ਚਲੋ ਹਜੇ ਤੇ ਸ਼ੁਰੂਆਤ ਹੈ ਖੜੇ ਹੋਣ ਦੀ। ਕਿੰਨਾ ਕੁ ਖੜਦੇ ਨੇ ਕਿ ਬਹਿ ਜਾਂਦੇ ਨੇ, ਇਹ ਵੀ ਅੱਗੇ ਜਾ ਕੇ ਦੇਖਣ ਨੂੰ ਮਿਲੂ। ਭਾਸਕਰ ਸਾਹਿਬ, ਇੱਕ ਸਵਾਲ ਇਹਦੇ 'ਚ ਹੋਰ ਖੜਾ ਹੈ ਕਿ ਜਦੋਂ ਨੀਲਮਾ ਆਈਐਸ ਦੇ ਮਾਮਲੇ 'ਚ ਵਿਜੀਲੈਂਸ ਸਖਤ ਕਾਰਵਾਈ ਦੇ ਮੂਡ 'ਚ ਸੀ, ਉਦੋਂ ਜਿਹੜਾ ਬਿਊਰੋਕ੍ਰੇਸੀ ਨੇ ਵਿਰੋਧ ਦਰਜ ਕਰਾਇਆ, ਮੁੱਖ ਮੰਤਰੀ ਨੇ ਉੱਥੇ ਵੀ ਸਟੈਂਡ ਲਿਆ ਸੀ। ਇਹ ਆਪਾਂ ਗੱਲ ਨਾ ਭੁੱਲੀਏ। ਚੀਫ ਸੈਕਟਰੀ ਵਿਜੀਲੈਂਸ ਤੇ ਚੀਫ ਡੀਜੀਪੀ ਵਰਿੰਦਰ ਕੁਮਾਰ ਔਰ ਮੁੱਖ ਮੰਤਰੀ ਇੱਕੋ ਰੋਚ ਖੜੇ ਸੀਗੇ, ਔਰ ਉਹਦੇ ਵਿੱਚ ਚੀਫ ਜਿਹੜੇ ਆਈਐਸ ਅਫਸਰਾਂ ਦੀ ਜਥੇਬੰਦੀ ਦੇ ਮੁਖੀ ਨੇ, ਜਿਹੜੇ ਦਿੱਲੀ ਦੇ ਬਹੁਤ ਨੇੜੇ ਨੇ, ਇਹ ਵੇਨੂ ਪ੍ਰਸ਼ਾਦ, ਭਾਵੇਂ ਉਹ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ, ਆਖਿਰਕਾਰ ਆਈਐਸ ਲੌਬੀ ਨੂੰ ਔਰ ਪੀਸੀਐਸ ਐਸੋਸੀਏਸ਼ਨ ਨੂੰ, ਆਫੀਸਰਸ ਐਸੋਸੀਏਸ਼ਨ ਨੂੰ ਪਿਛਾਂਹ ਹੋਣਾ ਪਿਆ। ਇਹ ਵੀ ਗੱਲ ਇੱਕ ਮੈਸੇਜ ਛੱਡਿਆ ਗਿਆ। ਅੱਜ ਦੇ ਦਿਨ 'ਚ ਜਿਹੜੀ ਦੂਜੀ ਵੱਡੀ ਕਾਰਵਾਈ ਹੋ ਰਹੀ ਆ ਕਿ ਚੰਡੀਗੜ੍ਹ ਦੇ ਆਸ-ਪਾਸ, ਜ਼ੀਰਕਪੁਰ, ਮੋਹਾਲੀ, ਨਿਊ ਚੰਡੀਗੜ੍ਹ, ਇਹਨਾਂ ਸਾਰਿਆਂ ਏਰੀਆਜ਼ ਦੇ ਵਿੱਚ ਜਿਹੜੇ ਲੋਕਾਂ ਦੇ ਪੈਸੇ ਲੱਗੇ, ਸਿਆਸਤਦਾਨਾਂ ਦੇ, ਅਫਸਰਾਂ ਦੇ, ਜਿਸ ਤਰੀਕੇ ਨਾਲ ਪਲਾਟਸ ਤੇ ਅਲਾਟਮੈਂਟ ਤੋਂ ਲੈ ਕੇ ਚੀਜ਼ਾਂ ਹੋ ਰਹੀਆਂ, ਇਹ ਵੀ ਇਸ ਵੇਲੇ ਮੈਨੂੰ ਲੱਗਦਾ ਕਿ ਉਹ ਦਮ ਦਿਖਾਇਆ ਜਾ ਰਿਹਾ, ਕਿਉਂਕਿ ਬਿਊਰੋਕ੍ਰੇਸੀ ਦੇ ਵਿੱਚ ਬਹੁਤ ਬੰਦੇ ਉੱਪਰਲੀ ਸੱਤਾ ਦਾ ਰਾਹ ਵੀ ਲੱਭ ਚੁੱਕੇ ਸੀਗੇ। ਇਸ ਵੇਲੇ ਰਾਘਵ ਚੱਡਾ ਦੀ ਨਿਯੁਕਤੀ ਦਾ ਉਹ ਨੋਟੀਫਿਕੇਸ਼ਨ ਅਜੇ ਕਿਤੇ ਨਜ਼ਰ ਨਹੀਂ ਆਉਂਦਾ। ਨਵਲ ਅਗਰਵਾਲ ਦੀ ਨਿਯੁਕਤੀ ਬਾਰੇ ਵਿੱਚ ਵਿਚਾਲੇ ਗੱਲ ਰੁਲ ਗਈ ਹੈ। ਚੀਫ ਸੈਕਟਰੀ ਇਹ ਗੱਲ ਕੇ ਟਾਲਾ ਵੱਟ ਜਾਂਦੇ ਕਿ ਅਜੇ ਕੋਈ ਖਾਸ ਅਸੀਂ ਇਹਦੇ ਉੱਤੇ ਗੱਲ ਨਹੀਂ ਕੀਤੀ। ਇੰਦਰਪ੍ਰੀਤ ਜੀ, ਮੈਂ ਤੁਹਾਡੇ ਵੱਲ ਇਸ ਗੱਲ ਤੇ ਆਉਣਾ ਚਾਹੁੰਦਾ ਕਿ ਚੰਡੀਗੜ੍ਹ ਦੇ ਆਸ-ਪਾਸ ਉੱਚੀਆਂ ਕੰਕਰੀਟ ਦੀਆਂ ਉਸਾਰੀਆਂ ਦੇ ਵਿੱਚੋਂ ਝਾਕਦੀ ਆ ਇਨਵੈਸਟਮੈਂਟ ਅਫਸਰਾਂ ਤੇ ਪੋਲੀਟੀਸ਼ੀਅਨਸ ਦੀ, ਇਹ ਵਿਜੀਲੈਂਸ ਦੇ ਰਡਾਰ ਤੇ ਆ, ਔਰ ਇਹਦੇ ਉੱਤੇ ਅਸੀਂ ਹੋਰ ਰਿਪੋਰਟ ਕੋਸ਼ਿਸ਼ ਕਰਾਂਗੇ ਦਿਨ ਵੇਲੇ ਪ੍ਰਾਪਤ ਕਰ ਲਈਏ। ਤੁਹਾਨੂੰ ਕੁਝ ਨਾਮ ਹੀ ਦੱਸਣ ਦਾ ਯਤਨ ਕਰਾਂਗੇ ਜਿਹੜੇ PSIEC ਦੇ ਮਾਮਲੇ 'ਚ ਅਫਸਰਾਂ ਦੇ ਨਾਂ ਆ ਰਹੇ ਆ। ਇਹਦੇ ਇਲਾਵਾ ਅਸੀਂ ਤੁਹਾਡੇ ਨਾਲ ਵੀ ਸਾਂਝ ਪਵਾ ਦੇਵਾਂਗੇ ਕਿ ਕਿੰਨੇ ਏਰੀਆ, ਕਿਹੜੇ ਬਿਲਡਰ ਜਿਨ੍ਹਾਂ ਦੇ ਨਾਲ, ਜਿਨ੍ਹਾਂ ਨਵੀਆਂ ਕਲੋਨੀਆਂ 'ਚ ਤਾਂ ਹੀ ਗੱਲ ਅੱਗੇ ਵੱਧਦੀ ਹੈ ਜਦੋਂ 50 ਬੰਦੇ ਪਹਿਲਾਂ ਪੈਸੇ ਲਾਉਣ ਦਾ ਦਮ ਭਰ ਦਿੰਦੇ ਆ। ਸੋ ਇੱਕ ਇੰਦਰਪ੍ਰੀਤ ਜੀ ਇੱਥੇ ਚੱਲ ਜਾਓ, ਫਿਰ ਅਸੀਂ ਜਿਹੜਾ ਗੌਤਮ ਮਲਹੋਤਰੇ ਵਾਲਾ ਸਾਰਾ ਕਿੱਸਾ ਹੈ ਈਡੀ ਦੇ ਨਜ਼ਰੀਏ ਤੋਂ, ਉਹ ਭਾਸਕਰ ਸਾਹਿਬ ਤੋਂ ਲੈਂਦੇ। ਰੰਧਾਵਾ ਜੀ, ਜਿਹੜਾ ਤੁਸੀਂ ਇਹ ਗੱਲ ਕੀਤੀ ਹੈ, ਇਹ ਦੇਖੋ ਕੋਈ ਨਵੀਂ ਗੱਲ ਨਹੀਂ ਹੈ ਕਿ ਜਿਹੜੇ ਪੋਲੀਟੀਸ਼ੀਅਨ ਬਿਊਰੋਕਰੇਟ ਤੇ ਪੋਲੀਟੀਸ਼ੀਅਨ ਦਾ ਇੱਕ ਜਿਹੜਾ ਨੈਕਸਸ ਆਉਂਦਾ ਹੈ ਸਾਹਮਣੇ, ਉਸ ਤੋਂ ਬਾਅਦ ਫਿਰ ਇਹ ਪੈਸਾ ਜਿਹੜਾ ਕਮਾਇਆ ਜਾਂਦਾ ਹੈ ਗਲਤ ਤਰੀਕੇ ਨਾਲ, ਉਹ ਇਨਵੈਸਟ ਕਿੱਥੇ ਕੀਤਾ ਜਾਏ।
ਬਹੁਤ ਪਹਿਲਾਂ ਤੋਂ ਹੀ ਜਿਹੜੀ ਚੰਡੀਗੜ੍ਹ ਦੇ ਆਸ-ਪਾਸ ਦੀਆਂ ਪਹਿਲਾਂ ਜ਼ਮੀਨਾਂ ਦੇ ਉੱਤੇ ਤੁਹਾਨੂੰ ਪਤਾ ਹੋਊਗਾ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਸੀ ਕਿ ਵੱਡੇ ਵੱਡੇ ਟੌਪ ਕਲਾਸ ਦੇ ਜਿਹੜੇ ਬਿਊਰੋਕਰੈਟਸ ਹੈ ਉਹਨਾਂ ਦੀਆਂ ਜ਼ਮੀਨਾਂ ਦੱਬੀਆਂ ਹੋਈਆਂ ਨੇ ਫੋਰੈਸਟ ਐਕਟ ਦੀ ਉਲੰਘਣਾ ਕਰਕੇ। ਫਿਰ ਉਸ ਤੋਂ ਬਾਅਦ ਜਦੋਂ 2006 ਤੋਂ ਬਾਅਦ ਜਦੋਂ ਮੁਹਾਲੀ ਨੂੰ ਡਿਵੈਲਪ ਕਰਨ ਦੀ ਗੱਲ ਸ਼ੁਰੂ ਹੋਈ ਸੀ, ਉਸ ਤੋਂ ਲਗਾਤਾਰ ਤੁਸੀਂ ਦੇਖੋ ਜਿਹੜੀ ਡਿਵੈਲਪਮੈਂਟ ਹੋਈ ਹੈ, ਕਿੰਨੇ ਸੈਕਟਰ ਮਤਲਬ ਨਵੇਂ ਜਿਹੜੇ ਬਣੇ ਨੇ, ਕਿੰਨੇ ਨਗਰ ਨਵੇਂ ਬਣ ਗਏ ਹੈ। ਉਸ ਨਵੇਂ ਸਿਟੀ ਬਣ ਗਿਆ ਨਿਊ ਚੰਡੀਗੜ੍ਹ, IT ਸਿਟੀ, ਐਰੋ ਸਿਟੀ, ਈਕੋ ਸਿਟੀ, ਕਿੰਨੇ ਕੁਛ ਆ ਗਿਆ। ਤੁਸੀਂ ਦੇਖੋ ਉਹਨਾਂ ਦੀ ਡਿਵੈਲਪਮੈਂਟ ਦੇਖੋ ਕਿੰਨੀ ਤੇਜ਼ੀ ਨਾਲ ਹੋਈ ਹੈ। ਇਸ ਤਰ੍ਹਾਂ ਤਾਂ ਹੈ ਨਹੀਂ ਹੈ ਕਿ ਪੂਰਾ ਪੰਜਾਬ ਹੀ ਉੱਠ ਕੇ ਇੱਥੇ ਇਨਵੈਸਟਮੈਂਟ ਕਰਨ ਲੱਗ ਗਿਆ ਜਾਂ ਬਾਹਰੋਂ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਕਰਨ ਲੱਗ ਗਿਆ। ਇਹਨਾਂ ਬਹੁਤਿਆਂ ਦੇ ਵਿੱਚ ਜਿਹੜੇ ਹੈਗੇ ਆ ਬਿਊਰੋਕਰੈਟਸ ਦਾ ਪੈਸਾ ਲੱਗਿਆ ਹੋਇਆ ਔਰ ਉਹ ਬੇਨਾਮੀ ਪੈਸਾ ਲੱਗਿਆ ਹੋਇਆ। ਇਹ ਜਿਹੜੀ ਜਾਂਚਾਂ ਹੁਣ ਅੱਜ ਕੱਲ੍ਹ ਚੱਲ ਰਹੀਆਂ ਨੇ, ਤੁਸੀਂ ਦੇਖੋ ਚਾਹੇ ਉਹ ਫੋਰੈਸਟ ਘੁਟਾਲਾ ਹੋਵੇ, ਜਾਂਚ ਫੋਰੈਸਟ ਘੁਟਾਲੇ ਦੀ ਨਹੀਂ ਹੋ ਰਹੀ, ਜਾਂਚ ਹੋ ਰਹੀ ਹੈ ਆਏ ਤੋਂ ਅਧਿਕ ਸੰਪत्ति ਦੀ। ਫਿਰ ਸਿੰਚਾਈ ਘੁਟਾਲੇ ਦੀ ਗੱਲ ਕਰ ਲਓ, ਬਿਊਰੋਕਰੈਟਸ ਤੈਨੂੰ ਪਤਾ ਉਹਨਾਂ ਦੇ ਸਿੰਚਾਈ ਘੁਟਾਲਾ ਕਿੱਥੇ ਹੈ, ਕਿਵੇਂ ਹੋਇਆ, ਉਹਦੀ ਜਾਂਚ ਨਹੀਂ ਹੋ ਰਹੀ, ਜਾਂਚ ਹੋ ਰਹੀ ਹੈ ਆਏ ਤੋਂ ਅਧਿਕ ਸੰਪत्ति ਦੀ। ਉਹਨਾਂ ਤੋਂ ਇਨਕਮ ਦੇ ਉਹ ਮੰਗੇ ਜਾ ਰਹੇ ਨੇ। ਇਹਦਾ ਮਤਲਬ ਹੈ ਵਿਜੀਲੈਂਸ ਨੂੰ ਕਿਤੇ ਨਾ ਕਿਤੇ ਜਿਹੜੀ ਇੱਕ ਲਾਈਨ ਮਿਲ ਗਈ ਹੈ ਕਿ ਯਾਰ ਜਿਹੜਾ ਪੈਸਾ ਹੈਗਾ ਉਹ ਇਨਵੈਸਟ ਕੀਤਾ ਗਿਆ। ਉਸ ਤੋਂ ਲੱਗਦਾ ਹੈ ਕਿ ਇਹ ਜਿਹੜੇ ਬਹੁਤ ਸਾਰੇ ਹੋਰ ਬਿਊਰੋਕਰੈਟਸ ਇਸੇ ਕਰਕੇ ਥੋੜਾ ਡਰੇ ਵੀ ਹੋਏ ਨੇ। ਜਿਹੜਾ ਤੁਸੀਂ ਕਿਹਾ ਕਿ ਪਿੱਛੇ ਹਟ ਗਏ, ਤਾਂ ਉਸ ਪਿੱਛੇ ਹਟਣ ਦੇ ਵਿੱਚ ਇੱਕ ਕਾਰਨ ਇਹ ਵੀ ਹੋ ਸਕਦਾ ਕਿਉਂਕਿ ਅਲਟੀਮੇਟਲੀ ਸਰਕਾਰ ਕੋਲੇ ਜਾਣਕਾਰੀ ਤਾਂ ਸਾਰੀ ਹੁੰਦੀ ਹੈ, ਪਰ ਹਾਂ ਉਹ ਚੁੱਪ ਬੈਠੇ ਰਹਿੰਦੇ ਹੈ, ਕਾਰਵਾਈ ਨਹੀਂ ਕਰਦੇ। ਇਹ ਇੱਕ ਅਲੱਗ ਇਸ਼ੂ ਹੋ ਸਕਦਾ, ਪਰ ਇਹ ਨਹੀਂ ਹੁੰਦਾ ਕਿ ਕਿਸੇ ਵੀ ਸਰਕਾਰ ਕੋਲੇ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਕਿ ਕਿਸ ਬੰਦੇ ਦਾ ਕਿੰਨਾ ਪੈਸਾ ਕਿੱਥੇ ਲੱਗਿਆ ਹੋਇਆ। ਕਿਉਂਕਿ ਇਹਦੇ ਵਿੱਚ ਸਾਰੇ ਹੁਣ ਤੱਕ ਦੇ ਪਿਛਲੇ ਜਿੰਨੇ ਰਹੇ ਨੇ ਉਹ ਸਾਰੇ ਨੈਕਸਸ ਬਣਾ ਕੇ ਹੀ ਰਹਿ ਕੇ ਰਹੇ। ਇਹ ਪਹਿਲੀ ਵਾਰ ਸੀਗਾ ਕਿ ਆਮ ਆਦਮੀ ਪਾਰਟੀ ਆਈ ਹੈ ਜਿਨ੍ਹਾਂ ਦਾ ਕੋਈ ਉਹ ਹੈ ਨਹੀਂ, ਕਿਸੇ ਨਾਲ ਕੋਈ ਤਾਲੁਕਾਤ ਨਹੀਂ, ਕੋਈ ਅਫਸਰ ਕਿਸੇ ਨਾਲ ਕੋਈ ਨੇੜੇ ਵਾਲਾ ਨਹੀਂ ਹੈ। ਤਾਂ ਇਸ ਕਰਕੇ ਚੀਜ਼ਾਂ ਇਹ ਬੈਕਫਾਇਰ ਵੀ ਕਰਤੀਆਂ ਜਦੋਂ ਵੇਣੂ ਪ੍ਰਸਾਦ ਹੋਰੀ ਆਪਣੇ ਸਾਰੇ ਬੰਦਿਆਂ ਨੂੰ ਲੈ ਕੇ ਗਏ ਸੀ। ਮੋਢੇ ਤੇ ਭਾਰ ਕੋਈ ਨਹੀਂ ਆਮ ਆਦਮੀ ਪਾਰਟੀ ਦੇ MLAs ਤੇ ਖਾਸ ਤੌਰ ਤੇ ਮੁੱਖ ਮੰਤਰੀ ਦੇ ਆਪਣੇ। ਹਾਲਾਂਕਿ ਕੁਝ ਇੱਕ ਵਿਸੰਗਤੀਆਂ ਨੇ, ਕੁਝ ਇੱਕ ਲੋਕ ਜਿਹੜੇ ਪਾਰਟੀਆਂ ਬਦਲ ਕੇ ਇੱਥੇ ਵੀ ਖੜੇ ਨੇ, ਉਹ ਵੀ ਕਟਹਿਰਿਆਂ 'ਚ ਨੇ। ਲੇਕਿਨ ਇਸ ਵੇਲੇ ਸਭ ਤੋਂ ਵੱਡਾ ਸਵਾਲ ਹੈ ਕਿ ਜੇ ਤੁਸੀਂ ਹੀਰੋ ਬਣਨਾ ਹੈ, ਤੁਹਾਡੇ ਕੋਲ ਚਾਂਸਸ ਬੇਸ਼ੁਮਾਰ ਨੇ। ਕਿਵੇਂ ਬੇਨਿਯਮੀਆਂ ਹੁੰਦੀਆਂ, ਕਿਵੇਂ ਪ੍ਰਵਾਨਗੀਆਂ ਮਿਲਦੀਆਂ, ਜੰਗਲਾਤ ਦੀ ਜ਼ਮੀਨ 'ਚ ਵੱਡੇ ਚੀਜ਼ਾਂ ਉਸਾਰ ਲੀਆਂ ਜਾਂਦੀਆਂ, ਮੁੜ ਕੇ ਵਾਪਸ ਲੈ ਲੀਆਂ ਜਾਂਦੀਆਂ ਤਾਂ ਕਿ ਹਿਮਾਤੜ ਇੰਦਰਪ੍ਰੀਤ ਭਾਸਕਰ ਸਾਹਿਬ ਜਾਂ ਮੇਰੇ ਵਰਗਾ ਲਾਗੇ 2 ਮਰਲੇ ਜ਼ਮੀਨ ਨਾ ਖਰੀਦ ਲੇ, ਸਾਡੇ ਮਹਾਨ ਸਲਤਨਤ ਦੇ ਲਾਗੇ ਕੋਈ ਝੁੱਗੀ ਝੌਂਪੜੀ ਵਰਗਾ ਘਰ ਬਣ ਜੇ, ਸਾਨੂੰ ਪ੍ਰਵਾਨਗੀ ਉਹਨੇ ਚਿਰ ਲਈ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਸੀ, ਪ੍ਰਵਾਨਗੀ ਦਿੱਤੀ, ਪ੍ਰਵਾਨਗੀ ਵਾਪਸ ਲੈ ਲਈ। ਸੋ ਇਹ ਵਾਰਾ ਖਾਂਦੀਆਂ ਚੀਜ਼ਾਂ ਹੋਈਆਂ। ਪੁਰਾਣਿਆਂ ਨੇ ਜਾਂਚ ਕੀ ਕਰਾਉਣੀ ਸੀ, ਉਹਨਾਂ ਦੇ ਤਾਂ ਨਾਮ ਬੋਲਦੇ ਪਤਾ ਲੱਗਿਆ। ਅਫਸਰਸ਼ਾਹੀ ਨੈਕਸਸ ਦੇ ਵਿੱਚ ਚੱਲਦੀ ਰਹੀ, ਇਹ ਰੌਲੇ ਪੈਂਦੇ ਆ। ਪਰ ਇਸ ਵੇਲੇ ਸਭ ਤੋਂ ਵੱਡਾ ਸਵਾਲ ਇਸ ਗੱਲ ਦਾ ਹੈ ਕਿ ਕੀ ਮੁੱਖ ਮੰਤਰੀ ਦਮ ਦਿਖਾਉਣਗੇ, ਲਗਾਤਾਰ ਇਹਨਾਂ ਮਾਮਲਿਆਂ 'ਚ ਅੱਗੇ ਵਧਦੇ ਰਹਿਣਗੇ? ਅਸੀਂ ਭਾਸਕਰ ਸਾਹਿਬ ਗੱਲ ਸਿਰਫ ਇੰਨੀ ਤੇ ਨਹੀਂ ਛੱਡ ਸਕਦੇ ਕਿ ਦੀਪ ਮਲਹੋਤਰਾ ਦਾ ਪੁੱਤਰ ਗੌਤਮ ਮਲਹੋਤਰਾ ED ਨੇ ਅਰੈਸਟ ਕਰ ਲਿਆ। ਅੱਗੇ ਵੀ ਸੱਦਿਆ ਸੀ, ਪੰਜਾਬ ਦੇ ਵਿੱਚ ਕਈ ਥਾਈਂ ਰੇਡਸ ਹੋਈਆਂ ਸੀ, ਤੁਹਾਨੂੰ ਯਾਦ ਹੋਣਾ, ਇਹਨਾਂ ਨਾਲ ਹੀ ਸੰਬੰਧਿਤ ਸੀਗੀਆਂ। ਜਾਣਕਾਰੀਆਂ ਲਈਆਂ, 2 ਵਾਰੀ ਪਹਿਲਾਂ ਬੁਲਾਇਆ, ਤੀਜੀ ਵਾਰੀ ਕੱਲ ਬੁਲਾਇਆ ਤੇ ਕੱਲ ਫਿਰ ਉਹਨਾਂ ਨੂੰ ਬਿਠਾ ਲਿਆ ਗਿਆ। ਇਹਦਾ ਮਤਲਬ ਹੈ ਕਿ ਹੁਣ ਗੱਲ ਕਿਧਰੇ ਅੱਗੇ ਵੱਧ ਰਹੀ ਹੈ। ਭਾਵੇਂ ਕਿਹਾ ਗਿਆ ਕਿ ਇਹ ਪੁੱਛਗਿੱਛ ਵਿੱਚ ਸਪੋਰਟ ਨਹੀਂ ਸੀ ਕਰ ਰਹੇ, ਸਾਥ ਨਹੀਂ ਸੀ ਦੇ ਰਹੇ, ਤਾਂ ਗ੍ਰਿਫਤਾਰੀ ਪਾਉਣੀ ਪਈ। ਕੱਲ ਨੂੰ ਇਹ ਕੋਈ ਹੋਰ ਮੋੜ ਵੀ ਲੈ ਸਕਦੀ ਹੈ ਗੱਲ। ਮੈਨੂੰ ਇੱਕ ਵਾਰੀ ਜ਼ਰਾ ਇਹ ਸਾਰੀ ਸਥਿਤੀ ਦਾ ਇਹ ਤੋਂ ਜਾਣੂ ਕਰਾ ਦਿਓ। ਗੌਤਮ ਮਲਹੋਤਰਾ ਕੱਲ ED ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਸੀ, ਪੁੱਛਗਿੱਛ ਹੋਈ, ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਬਾਅਦ ਚੋਂ ਕੋਰਟ ਵਿੱਚ ਪੇਸ਼ ਕੀਤਾ ਗਿਆ, 7 ਦਿਨ ਦਾ ਰਿਮਾਂਡ ਲੈ ਲਿਆ ਗਿਆ। ਇਹਨਾਂ ਸਾਰੀ ਗੱਲਾਂ ਦੇ ਪਿੱਛੋਂ ਜਿਹੜੀ ਗੱਲਾਂ ਤੁਰਦੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦ ਜੀਰਾ ਫੈਕਟਰੀ ਦੇ ਕਲੋਜ਼ਰ ਦੀ ਗੱਲ ਹੋ ਰਹੀ ਸੀ ਔਰ ਜਿਸ ਤਰੀਕੇ ਨਾਲ ਸਰਕਾਰ ਜੀਰਾ ਫੈਕਟਰੀ ਦੇ ਨਾਲ ਖੜੀ ਲੱਗਦੀ ਸੀ, ਲੱਗਦਾ ਸੀਗਾ ਵੀ ਸਰਕਾਰ ਦੇ ਉੱਤੇ ਕੋਈ ਦਬਾਅ ਹੈ। ਇਸ ਦਬਾਅ ਦੀ ਵੀ ਗੱਲਾਂ ਚੱਲੀ ਸੀ ਕਿ ਜਿਹੜਾ ਦਿੱਲੀ ਦੀ ਐਕਸਾਈਜ਼ ਪਾਲਿਸੀ ਦਾ ਕੇਸ ਹੈ, ਉਹਦੇ ਵਿੱਚ ਦੀਪ ਮਲਹੋਤਰਾ ਜਾਂ ਉਹਨਾਂ ਦੇ ਪੁੱਤਰ ਇੱਕ ਵੱਡੇ ਪਲੇਅਰ ਦੇ ਰੂਪ ਵਿੱਚ ਕੰਮ ਕਰਦੇ ਸੀਗੇ। ਇਹਨਾਂ ਦਾ ਕਾਰੋਬਾਰ UP ਦੇ ਵਿੱਚ ਵੀ ਹੈਗਾ, ਹੋਰ ਵੀ ਕਈ ਸੂਬਿਆਂ ਦੇ ਵਿੱਚ ਵੀ ਹੈਗਾ। ਲੇਕਿਨ ਜਿਸ ਤਰੀਕੇ ਨਾਲ ਉਹਨਾਂ ਗੱਲਾਂ ਕਰਕੇ ਕੱਲ ਹੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਉਸ ਫੈਕਟਰੀ ਦੀ ਜਿਹੜੀ ਪਰਮਿਸ਼ਨ ਦਿੱਤੀ ਸੀਗੀ ਚਲਾਉਣ ਦੀ, ਉਹਨੂੰ ਰੱਦ ਕਰਤਾ ਹੈ ਔਰ ਅੱਗੇ ਚੱਲ ਕੇ ਮਾਰਚ 31 ਤੋਂ ਬਾਅਦ ਉਸ ਜੀਰਾ ਫੈਕਟਰੀ ਨੂੰ ਲਾਇਸੈਂਸ ਮਿਲੇਗਾ ਜਾਂ ਨਹੀਂ ਮਿਲੇਗਾ,
ਉਹਦੇ ਉੱਤੇ ਵੀ ਸੰਸ਼ਯ ਹੈ। ਵੈਸੇ ਤੇ ਆਪਾਂ ਕਹਿ ਸਕਦੇ ਕਿ ਨਹੀਂ ਮਿਲੂਗਾ, ਕਿਉਂਕਿ ਮੁੱਖ ਮੰਤਰੀ ਆਪ ਇਸ ਗੱਲ ਨੂੰ ਅਨਾਉਂਸ ਕਰ ਚੁੱਕੇ ਨੇ। ਹੁਣ ਇਹਦੇ ਵਿੱਚ ਗੌਤਮ ਮਲਹੋਤਰਾ ਦਾ ਫੜਿਆ ਜਾਣਾ ਔਰ ਉਹ ਗੱਲਾਂ ਜਿਹੜੀ ਕੁਝ ਅਖਬਾਰਾਂ ਦੇ ਵਿੱਚ ਚਰਚਾ ਵੀ ਹੈਗੀ ਹੈ ਕਿ 2.5 ਕਰੋੜ ਦਾ ਮਾਮਲਾ ਸੀਗਾ। ਔਰ ਗੌਤਮ ਮਲਹੋਤਰਾ ਇੱਕ ਇਸ ਤਰ੍ਹਾਂ ਦੇ ਪਲੇਅਰ ਸੀਗੇ ਜਿਹੜੇ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਸ਼ਰਾਬ ਦੇ ਮੈਨੂਫੈਕਚਰਰ ਵੀ ਸੀ, ਹੋਲਸੇਲਰ ਵੀ ਸੀ ਔਰ ਰਿਟੇਲਰ ਵੀ ਸੀ। ਹਾਲਾਂਕਿ ਉਹ ਪਾਲਿਸੀ ਕਲੀਅਰਲੀ ਇਹ ਗੱਲ ਕਹਿੰਦੀ ਹੈ ਕਿ ਤਿੰਨਾਂ ਨੂੰ ਵੱਖ-ਵੱਖ ਤਰੀਕੇ ਨਾਲ ਕੰਟਰੈਕਟ ਦਿੱਤੇ ਜਾਣਗੇ, ਪਰ ਇਹ ਇੱਕ ਉਹ ਸ਼ਖਸ ਸੀਗੇ ਜਿਹੜੇ ਕਾਰਟਲ ਦੇ ਇੱਕ ਬੜੇ ਵੱਡੇ ਹਿੱਸੇਦਾਰ ਸੀ। 2.5 ਕਰੋੜ ਦੀ ਗੱਲ ਤੁਰੀ ਹੈ। 2.5 ਕਰੋੜ ਰੁਪਏ ਇਹਨਾਂ ਨੇ ਅਮਿਤ ਅਰੋੜਾ ਨਾਂ ਦੇ ਵਿਅਕਤੀ ਨੂੰ ਦਿੱਤੇ, ਜਿਹਦਾ ਨਾਂ CBI ਦੀ ਉਸ ਚਾਰਜਸ਼ੀਟ ਦੇ ਵਿੱਚ ਸ਼ਾਮਿਲ ਹੈ, ਜਿਹਦੇ ਵਿੱਚ ਆਰੋਪੀ ਨੰਬਰ 1 ਮਨੀਸ਼ ਸਿਸੋਦੀਆ ਉਹਨਾਂ ਨੂੰ ਬਣਾਇਆ ਗਿਆ ਸੀ। ਔਰ ਅਮਿਤ ਅਰੋੜਾ ਉਹ 2.5 ਕਰੋੜ ਰੁਪਏ ਪੈਸੇ ਦਿੰਦੇ ਨੇ ਦਿਨੇਸ਼ ਅਰੋੜਾ ਨੂੰ। ਦਿਨੇਸ਼ ਅਰੋੜਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਵੀ ਬਹੁਤ ਕਲੋਜ਼ ਸੀਗੇ ਮਨੀਸ਼ ਸਿਸੋਦੀਆ ਉਹਨਾਂ ਦੇ, ਔਰ ਮਨੀਸ਼ ਸਿਸੋਦੀਆ ਉਹਨਾਂ ਦੇ ਕਲੋਜ਼ ਹੋਣ ਦੇ ਬਾਵਜੂਦ ਵੀ ਇਹ ਜਿਹੜੇ ਦਿਨੇਸ਼ ਅਰੋੜਾ ਨੇ ਇਹ ED ਦੇ ਕੇਸ ਦੇ ਵਿੱਚ ਹੁਣ ਸਰਕਾਰੀ ਗਵਾਹ ਦੇ ਤੌਰ ਤੇ ਉਭਰੇ ਨੇ। ਔਰ ਇਹਨਾਂ ਨੇ ਹੀ ਗੌਤਮ ਮਲਹੋਤਰਾ ਤੋਂ 2.5 ਕਰੋੜ ਲੈਣ ਦੀ ਗੱਲ, ਔਰ ਅੱਗੇ ਚੱਲ ਕੇ ਉਹ 2.5 ਕਰੋੜ ਵਿਜੇ ਨਾਇਰ, ਜਿਨ੍ਹਾਂ ਦਾ ਨਾਂ ਪਿਛਲੇ ਦਿਨਾਂ ਦੇ ਵਿੱਚ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਵੀ ਆਇਆ ਸੀ ਔਰ ਉਹਨਾਂ ਨੂੰ ED ਨੇ ਅਰੈਸਟ ਵੀ ਕੀਤਾ ਸੀਗਾ। ਉਹਨਾਂ ਨੇ 12% ਦੀ ਜਿਹੜੀ ਕਮਿਸ਼ਨ ਹੋਲਸੇਲਰ ਦੀ ਸੀਗੀ, ਉਹਦੇ ਵਿੱਚੋਂ 6% ਹਿੱਸਾ ਸਰਕਾਰ ਨੂੰ ਅੰਦਰ ਖਾਤੇ ਦੇਣ ਦੀ ਗੱਲਾਂ ਤੁਰੀ ਸੀਗੀ। ਮਹਾਦੇਵ ਲਿੱਕਰ ਦੀ ਗੱਲ ਅਸੀਂ ਕੁਝ ਦਿਨ ਪਹਿਲੇ ਕਰਕੇ ਹਟੇ ਹਾਂ, ਕਿਸ ਤਰੀਕੇ ਨਾਲ ਉਹਨਾਂ ਦੀ ਬਾਂਹ ਮਰੋੜੀ ਗਈ ਪੰਜਾਬ ਦੇ ਵਿੱਚ, ਉਹਨਾਂ ਦੀ 2 ਡਿਸਟਿਲਰੀਆਂ ਨੂੰ ਬੰਦ ਕਰਕੇ, ਔਰ ਬਾਅਦ ਚੋਂ ਉਹਨਾਂ ਨੂੰ ਉਹ ਹੋਲਸੇਲ ਦਾ ਲਾਇਸੈਂਸ ਰੱਦ ਕਰਨਾ ਪਿਆ, ਸਰੈਂਡਰ ਕਰਨਾ ਪਿਆ ਔਰ 51 ਲੱਖ ਰੁਪਏ CM ਰਿਲੀਫ ਫੰਡ 'ਚ ਦੇ ਕੇ ਤੇ 25 ਲੱਖ ਰੁਪਏ ਦਾ ਜੁਰਮਾਨਾ ਵੀ ਫੇਸ ਕਰਨਾ ਪਿਆ। ਐਦਾਂ ਦਾ ਹੀ ਕੁਝ ਹੁਣ ਗੌਤਮ ਮਲਹੋਤਰਾ ਦੇ ਨਾਲ ਵੀ ਹੋ ਰਿਹਾ ਹੈ ਔਰ ਇੰਡੀਕੇਸ਼ਨ ਇਸ ਤਰੀਕੇ ਦੀ ਵੀ ਆ ਰਿਹਾ ਹੈ ਕਿ ਗੌਤਮ ਮਲਹੋਤਰਾ ਵੀ ਇਸ ਸਾਰੇ ਕੇਸ ਦੇ ਵਿੱਚ, ਖਾਸ ਕਰਕੇ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਸਰਕਾਰੀ ਗਵਾਹ ਬਣ ਸਕਦੇ। ਇਹਦੇ ਵਿੱਚ ਜਿਹੜਾ 51 ਲੱਖ ਰੁਪਇਆ ਮੁੱਖ ਮੰਤਰੀ ਰਿਲੀਫ ਫੰਡ ਦੇ ਵਿੱਚ ਦੇਣ ਦੀ ਗੱਲ ਆ, ਉਹ ਇੱਕ ਅਖਬਾਰੀ ਖਬਰ ਦੇ ਆਧਾਰ ਤੇ ਅਸੀਂ ਜ਼ਿਕਰ ਕਰ ਰਹੇ ਹਾਂ, ਔਰ 25 ਲੱਖ ਦੇਣ ਦੀ। ਇਹਦੇ ਸੰਬੰਧੀ ਮੁੱਖ ਮੰਤਰੀ ਦਫ਼ਤਰ ਕੁਝ ਕਲੀਅਰ ਕਰ ਸਕਦਾ ਹੈ ਕਿ ਹੋਇਆ ਕਿ ਨਹੀਂ। ਅਸੀਂ ਇਹਦੀ ਪੁਸ਼ਟੀ ਇਸ ਕਰਕੇ ਨਹੀਂ ਕਰਦੇ ਕਿਉਂਕਿ ਇਹ ਵਨ ਸਾਈਡਡ ਰਿਪੋਰਟ ਹੈ ਅਜੇ, ਫਿਲਹਾਲ ਇਹਦੇ ਉੱਤੇ ਰਿਐਕਸ਼ਨ ਕੋਈ ਨਹੀਂ ਆਇਆ ਕਿਸੇ ਦਾ ਵੀ। ਮੈਂ ਇੰਦਰਪ੍ਰੀਤ ਜੀ, ਕਿਉਂਕਿ ਮੈਂ ਥੋੜੀ ਜਾਣਕਾਰੀ ਇਹਦੇ ਵਿੱਚ ਗੌਤਮ ਮਲਹੋਤਰਾ ਤੋਂ ਇਲਾਵਾ ਇੱਕ ਹੋਰ ਵਿਅਕਤੀ ਕੱਲ ਫੜਿਆ ਗਿਆ ਜਿਹਦਾ ਨਾਂ ਹੈਗਾ ਬੁੱਚੀ ਬਾਬੂ ਗੋਰਾਤਾਲਾ, ਜਿਹੜੇ CA ਕਹਿੰਦੇ ਨੇ, ਹੈਦਰਾਬਾਦ ਬੇਸ CA ਨੇ, ਔਰ ਜਿਹੜੇ KCR ਕੇ ਚੰਦਰ ਸ਼ੇਖਰ ਰਾਓ ਉਹਨਾਂ ਦੀ ਬੇਟੀ ਕਵਿਤਾ, ਜਿਨ੍ਹਾਂ ਦਾ ਨਾਂ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਪਹਿਲੇ ਵੀ ਆਇਆ ਸੀ, ਉਹਨਾਂ ਦੇ CA ਰਹਿ ਚੁੱਕੇ ਨੇ, ਉਹਨਾਂ ਨੂੰ ਵੀ ਕੱਲ ਫੜਿਆ। ਔਰ ਇਹ ਗੱਲਾਂ ਇਹਨਾਂ ਨੂੰ ਇੱਕ ਦਿਨ ਪਹਿਲਾਂ ਫੜਿਆ ਗਿਆ। ਹਾਂਜੀ ਜੀ, ਜਦ ਅਰੈਸਟ ਦੀ ਗੱਲ ਚੱਲੀ ਸੀ ਔਰ ਉਸ ਤੋਂ ਪਹਿਲੇ ਦਿੱਲੀ ਦੀ ਹੋਟਲਾਂ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜਿਹੜੀ ਮੀਟਿੰਗਾਂ ਹੁੰਦੀ ਸੀ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇੱਕ ਇਲਜ਼ਾਮ ਲਾਇਆ ਸੀ ਕਿ ਉਹਦੇ ਵਿੱਚ ਕੋਡ ਵਰਡਸ ਦੇ ਵਿੱਚ ਗੱਲ ਹੁੰਦੀ ਹੈ ਵੀ ਮੈਂਗੋ, ਟਮਾਟੋ, ਖੀਰਾ, ਇਹ ਬੰਦਿਆਂ ਦੇ ਨਾਂ ਨਹੀਂ ਹੈ। ਉਹਨਾਂ ਬੰਦਿਆਂ ਦੇ ਨਾਂ ਰੱਖੇ ਸੀ ਜਦੋਂ ਮੀਟਿੰਗ ਕਰਕੇ ਕਿ ਵੀ ਖੀਰੇ ਨੂੰ ਇੰਨੇ ਪੈਸੇ ਦੇ ਦਿਓ, ਟਮਾਟਰ ਤੋਂ ਇੰਨੇ ਲੈ ਲਓ। ਇਸ ਤਰੀਕੇ ਦੀ ਗੱਲਾਂ ਵੀ ਤੁਰੀ ਸੀ ਔਰ ਉਸ ਇਨਵੈਸਟੀਗੇਸ਼ਨ ਨੂੰ ਵੀ ਅੱਗੇ ਤੋੜਤੇ। ਹੁਣ ਇਹ ਗੱਲ ਹੈਦਰਾਬਾਦ ਵੀ ਪਹੁੰਚ ਗਈ ਹੈ ਤੇ ਇਹ ਜਿਹੜੇ ਬੁੱਚੀ ਬਾਬੂ ਨੇ ਉਹ ਵੀ ਧਰ ਲਏ ਗਏ ਨੇ। ਅੱਗੋਂ ਇਹਨਾਂ ਤੋਂ ਵੀ ਪੁੱਛਗਿੱਛ ਹੋਏਗੀ ਤੇ ਕੁਝ ਹੋਰ ਨਾਂ ਵੀ ਐਡ ਕੀਤੇ ਜਾ ਸਕਦੇ। ਦੇਖੋ, ਜੇ ਤਾਂ ਪੋਲੀਟੀਕਲ ਸਕੋਰ ਸੈੱਟ ਕਰਨ ਲਈ ਆ ਫਿਰ ਤਾਂ ਗੱਲ ਵੱਖਰੀ ਹੈ, ਜੇ ਇਹਨੂੰ ਲੌਜੀਕਲ ਐਂਡ ਤੱਕ ਲੈ ਜਾਂਦੇ ਆ ਫਿਰ ਗੱਲ ਕੁਝ ਹੋਰ ਹੈ। ਕਿਉਂਕਿ ED ਪਿਛਲੇ ਕੇਸਾਂ ਨੂੰ ਹੌਲੀ ਹੌਲੀ ਜਦੋਂ ਸੁਰਖੀਆਂ ਤੋਂ ਬਾਹਰ ਚਲੇ ਜਾਂਦੇ, ਮੇਰੇ ਖਿਆਲ ਛੱਡ ਛੁੱਟ ਜਾਂਦੀ, ਅਗਲੇ ਨਵੇਂ ਸੁਰਖੀ ਵਾਲੇ ਕੇਸ ਵਿੱਚ ਜਾ ਕੇ ਵੜ ਜਾਂਦੀ ਆ। ਪੰਜਾਬ ਦੇ ਇੱਕ ਵੱਡੇ ਅਧਿਕਾਰੀ ਦਾ ਇਹਦੇ ਚ ਨਾਂ ਆਈ ਜਾਂਦਾ। ਇਹ ਸ਼ੰਕਾ ਪ੍ਰਗਟ ਕੀਤਾ ਜਾ ਰਿਹਾ ਕਿ ਅਗਲੇ ਦਿਨਾਂ ਦੇ ਵਿੱਚ ਕੋਈ ਹੋਰ ਗ੍ਰਿਫਤਾਰੀ ਪੰਜਾਬ ਤੋਂ ਤਾਂ ਨਹੀਂ ਹੋਊਗੀ। ਇਹ ਸਵਾਲ ਖੜਾ ਕੀਤਾ ਜਾ ਰਿਹਾ ਕਿ ਕਿਉਂਕਿ ਹੁਣ ਲੜੀ ਜੋੜੀ ਜਾ ਰਹੀ ਆ, ਕੜੀਆਂ ਜੋੜੀਆਂ ਜਾ ਰਹੀਆਂ ਤੇ ਕਿਤੇ ਜੋੜਦੀ ਉਹਨਾਂ ਅਧਿਕਾਰੀਆਂ ਤੱਕ ਨਾ ਪਹੁੰਚ ਜੇ ਜਿਨ੍ਹਾਂ ਨੂੰ ਮਜਬੂਰੀ ਵਾਸੀ ਜਾਣਾ ਪੈਂਦਾ ਸੀ, ਆਉਣਾ ਪੈਂਦਾ ਸੀ। ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਰੌਲੇ ਪਏ ਉਦੋਂ, ਉਹ ਸਾਰੇ ਰੌਲੇ ਬੇਮਾਇਨੇ ਇਸ ਕਰਕੇ ਮੰਨੇ ਜਾਂਦੇ ਸੀ ਕਿ ਸਟੇਟ ਦਾ ਹੱਕ ਆ, ਇਹ ਖੁਦ ਮੁਖਤਾਰੀ ਹੈ ਕਿ ਕੋਈ ਸਟੇਟ ਆਪਣੀ ਕੋਈ ਨੀਤੀ ਬਣਾਉਂਦੀਆਂ ਨੇ। ਕੱਲ ਨੂੰ ਤੁਸੀਂ ਸ਼ਰਾਬਬੰਦੀ ਕਰ ਦਿਓ ਵੀ ਸਟੇਟ ਦਾ ਹੱਕ ਹੈ, ਤੁਸੀਂ ਸ਼ਰਾਬ ਮਹਿੰਗੀ ਕਰਨੀ, ਸਸਤੀ ਕਰਨੀ, ਸਟੇਟ ਨੂੰ ਇਹ ਅਖਤਿਆਰ ਦਿੱਤੇ ਆ ਸੰਵਿਧਾਨ ਨੇ। ਸੋ ਨੀਤੀ ਬਣਾਉਣੀ ਗੱਲ ਵੱਖਰੀ ਸੀ, ਪਰ ਜਿਹੜੀਆਂ ਵਿੱਚ ਚੋਰ ਮੋਰੀਆਂ, ਜਿਹੜੇ ਰੌਲੇ ਰੱਪੇ, ਇਹਨਾਂ ਦਾ ਕੀ ਕਰੋਗੇ। ਮੈਂ ਇੰਦਰਪ੍ਰੀਤ ਜੀ ਤੁਹਾਡੇ ਕੋਲੋਂ ਥੋੜੀ ਜਿਹੀ ਜਾਣਕਾਰੀ ਲੈ ਕੇ ਗੱਲ ਖਤਮ ਕਰਨਾ ਚਾਹੂੰਗਾ ਕਿ ਪੋਲਿਊਸ਼ਨ ਬੋਰਡ ਨੇ ਜਿਹੜਾ ਜੀਰੇ ਵਾਲੀ ਫੈਕਟਰੀ ਦਾ ਲਾਇਸੈਂਸ ਦੀ ਪ੍ਰਵਾਨਗੀ ਵਾਪਸ ਲੈ ਲਈ ਆ, ਇਹ ਮਾਜਰੇ ਨੂੰ ਕੀ ਦੇਖੀਏ? ਇਹ ਥੋੜਾ ਬਹੁਤਾ ਪੰਜਾਬ ਸਰਕਾਰ ਦੇ ਸਟੈਂਡ ਨੂੰ ਪੁਖਤਾ ਕਰਦਾ, ਖੜਾ ਕਰਦਾ ਹੈ ਕਿ ਹਾਂ ਕੁਝ ਹੋ ਰਿਹਾ? ਨਹੀਂ, ਮੈਨੂੰ ਇਹ ਲੱਗਦਾ ਕਿ ਹਜੇ ਇਹ ਪੂਰਾ ਪੁਖਤਾ ਨਹੀਂ ਕਰੇਗਾ ਕਿਉਂਕਿ ਇਹ ਜਸਟ ਇੱਕ ਕਮੇਟੀ ਦੀ ਰਿਪੋਰਟ ਹੈ, ਉਹਦੇ ਕਰਕੇ ਉਹਨਾਂ ਨੇ ਕਲੋਜ਼ਰ ਦੇਤੀ ਹੈ। ਕਿਉਂਕਿ ਮੈਂ ਉਸ ਦਿਨ ਵੀ ਤੁਹਾਨੂੰ ਪਹਿਲਾਂ ਵੀ ਆਪਾਂ ਇਸੇ ਪ੍ਰੋਗਰਾਮ 'ਚ ਇੱਕ ਵਾਰੀ ਡਿਸਕਸ ਕੀਤਾ ਸੀਗਾ
ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਕਿਸੇ ਵੀ ਫੈਕਟਰੀ ਨੂੰ ਬੰਦ ਕਰਨਾ ਇੰਨਾ ਸੌਖਾ ਨਹੀਂ ਹੈ। ਪੋਲੂਸ਼ਨ ਕੰਟਰੋਲ ਬੋਰਡ ਪੋਲੂਸ਼ਨ ਫੈਲਾਉਣ ਵਾਲੇ ਯੂਨਿਟ ਨੂੰ ਸਿਰਫ 6 ਮਹੀਨੇ ਤੱਕ ਬੰਦ ਕਰ ਸਕਦਾ ਕਿ 6 ਮਹੀਨੇ ਲਈ ਉਹ ਵੀ ਇਹ ਕਹਿ ਕੇ ਵੀ ਤੁਸੀਂ ਆਹ ਪੋਲੂਸ਼ਨ ਕਰ ਰਹੇ ਹੋ। ਤੇ ਜੇ ਕੋਈ ਵੀ ਫੈਕਟਰੀ ਆ ਕੇ ਕਹਿ ਦੇਗੀ ਕਿ ਠੀਕ ਹੈ ਜੀ, ਜਿਹੜਾ ਤੁਸੀਂ ਨੁਕਤੇ ਸਾਡੇ ਤੇ ਉਠਾਏ ਸੀ ਉਹ ਅਸੀਂ ਸਾਰੇ ਦੂਰ ਕਰਤੇ, ਚੈੱਕ ਕਰ ਲਓ, ਤੇ ਚੈੱਕ ਕਰਕੇ ਉਹਨੂੰ ਖੋਲਣਾ ਹੀ ਪਊਗਾ। ਤੇ ਜਿਹੜੀ ਕਲੋਜ਼ਰ ਮਤਲਬ ਇਹ ਪੋਲੂਸ਼ਨ ਬੋਰਡ ਨੇ ਦਿੱਤੀ ਹੈਗੀ ਹੈ, ਇਹ ਵੀ ਉਹਨਾਂ 4 ਰਿਪੋਰਟਾਂ ਦੇ ਆਧਾਰ ਤੇ ਦੇਣੀ ਪੈਣੀ ਹੈ। ਹਜੇ ਸਿਰਫ 3 ਦੀ ਰਿਪੋਰਟ ਆਈ ਹੈ, ਜਿਹੜੀਆਂ ਹਾਈ ਕੋਰਟ ਨੇ ਕਮੇਟੀਆਂ ਬਣਾਈਆਂ ਹੋਈਆਂ ਨੇ, ਔਰ ਇਹ ਕੇਸ ਆਲਰੇਡੀ ਹਾਈ ਕੋਰਟ 'ਚ ਵੀ ਚੱਲ ਰਿਹਾ ਹੈ। ਪੋਲੂਸ਼ਨ ਜੀਰਾ ਫੈਕਟਰੀ ਦੇ ਮਾਲਕਾਂ ਨੇ ਹਾਈ ਕੋਰਟ 'ਚ ਵੀ ਉਹ ਕੀਤੀ ਹੋਈ ਹੈ ਵੀ ਸਾਨੂੰ ਅਖਬਾਰਾਂ ਤੋਂ ਪਤਾ ਚੱਲਿਆ ਕਿ ਸਾਡੀ ਫੈਕਟਰੀ ਨੂੰ ਬੰਦ ਕਰਤਾ ਗਿਆ, ਲੇਕਿਨ ਹਜੇ ਸਾਡੇ ਕੋਲ ਕੋਈ ਵੀ ਕਲੋਜ਼ਰ ਦਾ ਉਹ ਆਇਆ ਨਹੀਂ ਹੈ ਆਰਡਰ। ਤਾਂ ਜਿਹੜੀ ਇਸ ਤੋਂ ਪਹਿਲਾਂ ਜਿਹੜਾ ਹਾਈ ਕੋਰਟ 'ਚ 23 ਫਰਵਰੀ ਨੂੰ ਹੈ, ਸ਼ਾਇਦ ਮੇਰਾ ਖਿਆਲ ਹੈ ਡੇਟ ਇਹਦੀ, ਕਿ 23 ਫਰਵਰੀ ਨੂੰ ਜਵਾਬ ਦੇਣਾ ਹੈ ਮਤਲਬ ਪੋਲੂਸ਼ਨ ਬੋਰਡ ਨੇ ਜਾਂ ਸਰਕਾਰ ਨੇ, ਤਾਂ ਉਸ ਤੋਂ ਪਹਿਲਾਂ ਹੀ ਇੱਕ ਗਰਾਊਂਡ ਤੈਅ ਕੀਤਾ ਜਾ ਰਿਹਾ ਕਿ ਅਸੀਂ ਆਹ ਕਾਰਵਾਈ ਕੀਤੀ ਹੈ, ਕਿਉਂਕਿ ਸਾਨੂੰ ਇਸ ਕਿਸਮ ਦੀਆਂ ਮਤਲਬ ਜਿਹੜੀਆਂ ਕਮੀਆਂ ਨੇ ਉਹ ਦਿਖਾਈ ਦੇ ਰਹੀਆਂ ਨੇ। ਪਰ ਹੁਣ ਕਿਉਂਕਿ 6 ਮਹੀਨੇ ਤੋਂ ਫੈਕਟਰੀ ਬੰਦ ਪਈ ਹੈ, ਤਾਂ 6 ਮਹੀਨੇ ਤੋਂ ਫੈਕਟਰੀ ਬੰਦ ਪਈ ਦਾ ਪੋਲੂਸ਼ਨ ਕਿਵੇਂ ਬਾਹਰ ਆ ਰਿਹਾ, ਕਿ ਕਿਹੜੀ ਰਿਪੋਰਟ ਇਹੋ ਜਿਹੀ ਆਈ ਹੈ ਕਿ ਜਿਹਨੇ ਦੱਸਤਾ ਕਿ ਇਹ ਪ੍ਰਦੂਸ਼ਣ ਹੋ ਰਿਹਾ ਹੈ। ਇਹ ਵੀ ਥੋੜਾ ਜਿਹਾ ਇੱਕ ਮੁਸ਼ਕਿਲ ਹੋਊਗਾ ਜਦ ਤੱਕ ਸਾਰੀਆਂ ਰਿਪੋਰਟਾਂ ਸਾਹਮਣੇ ਨਹੀਂ ਆ ਜਾਂਦੀਆਂ। ਮੈਨੂੰ ਲੱਗਦਾ ਕਿ ਕਿਸੇ ਵੀ ਫੈਕਟਰੀ ਨੂੰ ਇਸ ਤਰ੍ਹਾਂ ਬੰਦ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸੇ ਕਰਕੇ ਹੀ ਜਿਹੜੇ ਅਧਿਕਾਰੀਆਂ ਦੇ ਹੱਥ ਪੈਰ ਫੁੱਲੇ ਹੋਏ ਆ ਵੀ ਉਹ ਕਰਨ ਕੀ, ਕਿਸ ਤਰ੍ਹਾਂ ਬੰਦ ਕਰ ਦੇਣ। ਸੀਐਮ ਨੇ ਤਾਂ ਅਨਾਉਂਸ ਕਰਤਾ ਹੈ, ਤੇ ਹੁਣ ਉਹਨੂੰ ਅਨਾਉਂਸ ਕਰਨ ਤੋਂ ਬਾਅਦ ਜਿਹੜਾ ਇੱਕ ਬਣਾਣੀ ਪੈਂਦੀ ਹੈ ਯੋਜਨਾ, ਉਹ ਕਿਵੇਂ ਸਿਰੇ ਚੜਾਈ ਜਾਏ, ਹਜੇ ਤੱਕ ਉਹ ਮੈਨੂੰ ਲੱਗਦਾ ਕਿ ਬਣ ਨਹੀਂ ਰਹੀ ਹੈ। ਤਾਂ ਇਸ ਕਰਕੇ ਪੋਲੂਸ਼ਨ ਬੋਰਡ ਨੇ ਜੋ ਫੈਸਲਾ ਲਿੱਤਾ ਉਹ ਹਜੇ ਉਹਦੀ ਡਿਟੇਲਸ ਨਹੀਂ ਆਈਆਂ, ਕਿਉਂਕਿ ਮੈਂ ਜਿਹੜੀ ਖਬਰ ਵੀ ਮੈਂ ਦੇਖੀ ਆ ਉਹ ਸਿਰਫ ਇੱਕ ਲਾਈਨ ਦੀ ਖਬਰ ਹੈ, ਬਾਕੀ ਤਾਂ ਉਹਦਾ ਪ੍ਰਿਸ਼ਠ ਭੂਮੀ ਹੋਈ ਹੈ ਜ਼ਿਆਦਾ। ਅੱਜ ਗੱਲ ਕਰਕੇ ਦੇਖਦੇ ਹਾਂ ਕਿ ਹੋਇਆ ਕੀ ਹੈ, ਅਸਲ 'ਚ ਕੀ ਹੋਇਆ ਇਹਦੇ 'ਚ। ਇਹ ਹੁਣ ਟੈਕਨੀਕਲ ਯੁੱਧ ਲੜਿਆ ਜਾਊਗਾ ਅਦਾਲਤ ਵਿੱਚ। ਭਾਸਕਰ ਸਾਹਿਬ, 2 ਲਾਈਨਾਂ ਦੇ ਵਿੱਚ ਇਹ ਵੀ ਖਬਰ ਦੇ ਦਿਓ ਕਿ ਕੱਲ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਮੁੱਖ ਬੁਲਾਰੇ ਉਹਨਾਂ ਨੇ ਕੇਂਦਰ ਤੇ ਹਮਲਾ ਬੋਲਿਆ ਵੀ ਕੋਲੇ ਨੂੰ ਲੈ ਕੇ ਜੀ। ਜਿਸ ਤਰੀਕੇ ਨਾਲ ਕੋਲੇ ਨੂੰ ਲੈ ਕੇ ਪੰਜਾਬ ਤੇ ਕੇਂਦਰ ਦੇ ਵਿੱਚ ਸਿੰਘ ਫਸ ਗਏ ਨੇ, ਇੱਕ ਚਿੱਠੀ ਆਈ ਪਾਵਰ ਮਿਨਿਸਟਰੀ ਤੋਂ, ਔਰ ਜਿਹਦੇ ਵਿੱਚ ਹਾਲਾਂਕਿ ਇਹ ਚਿੱਠੀ PSPCL ਨੂੰ ਆਈ ਸੀ ਕਿ ਜਿਹੜਾ ਤੁਸੀਂ ਪਛਵਾੜਾ ਮਾਈਨ ਤੋਂ ਕੋਲਾ ਲੈ ਕੇ ਆ ਰਹੇ ਹੋ, ਕੋਈ ਸਿੱਧਾ ਨਹੀਂ ਲੈ ਕੇ ਆਣਾ। ਪਹਿਲੇ ਉਹਨੂੰ ਇੱਕ ਤੇ ਸਭ ਤੋਂ ਵੱਡੀ ਗੱਲ ਹੈ RSR, ਇਹ ਸ਼ਬਦ ਕੱਲ ਤੋਂ ਟੀਵੀ ਦੇ ਵਿੱਚ ਅਖਬਾਰਾਂ ਦੇ ਵਿੱਚ ਬੜਾ ਗੂੰਜ ਰਿਹਾ ਹੈ। ਉਹਦਾ ਅਰਥ ਹੈ ਕਿ ਰੇਲ ਸ਼ਿਪ ਰੇਲ, ਯਾਨੀ ਪਹਿਲੇ ਰੇਲ ਦੇ ਜ਼ਰੀਏ ਤੁਸੀਂ ਉਹਨੂੰ ਪਾਰਾਦੀਪ ਪੋਰਟ ਲੈ ਕੇ ਜਾਓ, ਫਿਰ ਪਾਰਾਦੀਪ ਪੋਰਟ ਤੋਂ ਗੁਜਰਾਤ ਦਹੇਜ ਜਿਹੜਾ ਮੁੰਦਰਾ ਪੋਰਟ ਅਡਾਨੀ ਸਾਹਿਬ ਦਾ ਉੱਥੇ ਲੈ ਕੇ ਜਾਓ, ਫਿਰ ਉਸ ਤੋਂ ਬਾਅਦ ਤੁਹਾਡੇ ਪੰਜਾਬ ਵਾਲਾ ਕੋਲਾ ਤੁਰੂਗਾ। ਪੰਜਾਬ ਸਰਕਾਰ ਦੇ ਜਾਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਮਾਲਵਿੰਦਰ ਕੰਗ, ਉਹਨਾਂ ਨੇ ਇਹਦੇ ਉੱਤੇ ਕੱਲ ਬੜਾ ਵਿਰੋਧ ਜ਼ਾਹਿਰ ਕੀਤਾ ਔਰ ਇਹ ਗੱਲ ਕਹੀ ਕਿ ਇਹ ਤੇ ਉਦਾਂ ਹੀ ਹੋ ਗਿਆ ਵੀ ਤੁਸੀਂ ਸਿੱਧਾ ਆਪਣੇ ਘਰ ਜਾ ਸਕਦੇ ਹੋ ਇਸ ਰੂਟ ਤੋਂ, ਤੇ ਤੁਹਾਨੂੰ ਕਿਹਾ ਜਾਂਦਾ ਪਹਿਲੇ ਬੰਬੇ ਜਾਓ, ਫਿਰ ਕਲਕੱਤਾ ਜਾਓ, ਫਿਰ ਪੰਜਾਬ ਆਓ। ਯਾਨੀ ਇਹਨਾਂ ਕੁ 3 ਗੁਣਾ ਖਰਚਾ ਕਿਉਂ ਕਰਵਾਇਆ ਜਾ ਰਿਹਾ ਪੰਜਾਬ ਦੇ, ਉਹ ਵੀ ਖਾਸ ਕਰਕੇ ਇੱਕ ਇੰਡਸਟਰੀਲਿਸਟ ਜਿਹੜਾ ਅੱਜ ਕੱਲ ਬੜਾ ਚਰਚਾ ਦੇ ਵਿਸ਼ਾ ਬਣਿਆ ਹੋਇਆ ਹੈ ਅਡਾਨੀ, ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ। ਇਸ ਮੁੱਦੇ ਦੇ ਉੱਤੇ ਰਾਜਨੀਤੀ ਤੇ ਗਰਮਾ ਗਈ ਹੈ, ਪਰ ਦੂਜੇ ਪਾਸੇ ਭਾਜਪਾ ਦੇ ਕਈ ਆਗੂ ਇਹ ਗੱਲ ਕਹਿੰਦੇ ਨੇ ਵੀ ਇਹ ਕੋਈ ਕੰਪਲਸ਼ਨ ਨਹੀਂ ਹੈਗੀ, ਇਹ ਤੇ ਸੁਝਾਅ ਦਿੱਤਾ ਵੀ ਜੇ ਤੁਸੀਂ ਏਦਾਂ ਕਰ ਲਓ ਤਾਂ ਠੀਕ ਹੈ। ਪਰ ਸਰਕਾਰ ਦਾ ਇਸ ਮੁੱਦੇ ਤੇ ਕੜਾ ਸਟੈਂਡ ਔਰ ਇਸ ਮੁੱਦੇ ਤੇ ਅੱਗੇ ਰਾਜਨੀਤੀ ਇਹ ਜ਼ਰੂਰ ਹੋਣ ਲੱਗੀ ਹੈ, ਔਰ ਉਮੀਦ ਹੈ ਕਿ ਇਸ ਮੁੱਦੇ ਦੇ ਉੱਤੇ ਕੋਈ ਨਾ ਕੋਈ ਫੈਸਲਾ ਫਾਈਨਲ, ਹਾਲਾਂਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਇਹ ਫਾਈਨਲ ਡਿਸੀਜਨ ਹੈ, ਇਹ ਰਿਮਾਈਂਡਰ ਹੈ ਜਿਹੜਾ ਚਿੱਠੀ ਆਈ ਹੈ। ਜਨਵਰੀ ਦੇ ਵਿੱਚ ਵੀ ਇਦਾਂ ਦੀ ਚਿੱਠੀ ਆਈ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਵੀ ਕੋਲਾ ਤੁਸੀਂ ਇੱਥੋਂ ਉੱਥੇ ਤੋਂ ਉੱਥੋਂ ਇੱਥੇ ਫਿਰ ਇੱਥੇ ਆਏਗਾ। ਇਹ ਕਿੰਨੀ ਕੁ ਗੱਲ ਜਾਇਜ਼ ਹੈ? ਸੁਣਨ ਵਿੱਚ ਇਹ ਗੱਲ ਜਾਇਜ਼ ਤੇ ਬਿਲਕੁਲ ਨਹੀਂ ਲੱਗਦੀ ਕਿ ਤੁਸੀਂ ਕਿਸੇ ਸੂਬੇ ਨੂੰ ਇਸ ਗੱਲ ਦੇ ਵਾਸਤੇ ਮਜਬੂਰ ਕਰੋ ਕਿ ਪਹਿਲੇ ਤੁਸੀਂ ਕੋਲਾ ਉਹ ਦੂਰ ਲੈ ਕੇ ਜਾਓ, ਫਿਰ ਉਸ ਤੋਂ ਦੂਰ ਲੈ ਕੇ ਜਾਓ, ਫਿਰ ਇੱਥੇ ਲੈ ਕੇ ਆਓ। ਜੀ ਇੰਦਰਪ੍ਰੀਤ ਜੀ, ਮੈਂ ਭਾਸਕਰ ਸਾਹਿਬ ਦੀ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ ਕਿ ਇਹ ਕੋਈ ਇਸ਼ੂ ਨਵਾਂ ਨਹੀਂ ਹੈ, ਬਹੁਤ ਟਾਈਮ ਤੋਂ ਇਹ ਚੱਲ ਰਿਹਾ ਹੈ ਕਿ ਪੰਜਾਬ ਇਸ ਗੱਲ ਲਈ ਖੜਾ ਹੈ, ਮਤਲਬ ਕਿ ਵਿਰੋਧ ਕਰ ਰਿਹਾ ਇਸ ਚੀਜ਼ ਦਾ ਕਿ ਅਸੀਂ ਪੋਰਟ ਰਾਹੀਂ ਕਿਉਂ ਮੰਗਾਈਏ, ਘੁਮਾ ਕੇ ਕਿਉਂ ਲੈ ਕੇ ਆਈਏ ਮੁੰਦਰਾ ਪੋਰਟ ਤੇ, ਜਦੋਂ ਕਿ ਸਿੱਧੀ ਰੇਲ ਰਹੀ ਸਾਡੇ ਕੋਲੇ ਆ ਸਕਦਾ ਹੈ। ਤੁਹਾਨੂੰ ਯਾਦ ਹੋਊਗਾ ਕਿ ਪਹਿਲਾਂ ਵੀ ਇਹ ਨਵੰਬਰ ਮਹੀਨੇ ਦੇ ਵਿੱਚ ਇੱਕ ਚਿੱਠੀ ਆਈ ਸੀ, ਉਦੋਂ CM ਸਾਹਿਬ ਨੇ ਵੀ ਇਹਦਾ ਉਹ ਲਿੱਤਾ ਸੀ ਨੋਟਿਸ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ, ਅਸੀਂ ਆਪਣੀ ਪਛਵਾੜਾ ਮਿਲ ਤੋਂ ਸਿੱਧਾ ਹੀ ਜਿਹੜੇ ਖਾਨ ਜਿਹੜੀ ਹੈਗੀ ਆ ਉਹ ਸਿੱਧਾ ਹੀ
ਲੈ ਕੇ ਆ ਸਕਦੇ ਹਾਂ ਕੋਇਲਾ, ਔਰ ਸਾਨੂੰ ਇਹ ਸਸਤਾ ਪੈਂਦਾ ਹੈ। ਵੈਸੇ ਵੀ ਕੋਇਲੇ ਨਾਲੋਂ ਜਿਹੜੀ ਢੁਲਾਈ ਹੈਗੀ ਹੈ ਉਹ ਜ਼ਿਆਦਾ ਮਹਿੰਗੀ ਹੈ। ਫਿਰ ਉਸ ਤੋਂ ਤੁਸੀਂ ਤਾਂ ਹੁਣ ਹੋਰ ਉਹਨੂੰ ਵੱਡਾ ਕਰਨ ਜਾ ਰਹੇ ਹੋ। ਪਹਿਲਾਂ ਉਹ ਉੜੀਸਾ ਦੇ ਉਸ ਤੇ ਪੋਰਟ ਤੇ ਜਾਏਗੀ, ਫਿਰ ਉਹ ਤੋਂ ਘੁੰਮ ਕੇ ਮੁੰਦਰਾ ਪੋਰਟ ਤੇ ਆਏਗਾ, ਮੁੰਦਰਾ ਪੋਰਟ ਤੋਂ ਬਾਅਦ ਫਿਰ ਓਨਾ ਹੀ ਗੁਜਰਾਤ ਤੋਂ ਪੰਜਾਬ ਚ ਆਏਗਾ। ਤੇ ਮੈਨੂੰ ਲੱਗਦਾ ਵੀ ਇਹ ਕੋਈ ਬਹੁਤਾ ਅੱਛਾ ਫੈਸਲਾ ਨਹੀਂ ਹੈ। ਹਾਲਾਂਕਿ ਇਸ ਨੂੰ ਲੈ ਕੇ ਮੁੱਖ ਮੰਤਰੀ ਜਿਹੜੇ ਕੇਂਦਰੀ ਕੋਇਲਾ ਮੰਤਰੀ ਹੈਗੇ ਆ ਆਰ.ਕੇ. ਸਿੰਘ, ਸੌਰੀ ਬਿਜਲੀ ਮੰਤਰੀ ਹੈ, ਉਹਨਾਂ ਨੂੰ ਮਿਲੇ ਵੀ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਪੰਜਾਬ ਨੂੰ ਇਸ ਤੋਂ ਛੂਟ ਦੇਵਾਂਗੇ। ਲੇਕਿਨ ਹਜੇ ਤੱਕ ਜੇ ਹੁਣ ਰਿਮਾਈਂਡਰ ਵੀ ਕੱਢਤਾ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਛੂਟ ਦੇਣ ਦੇ ਮੂਡ 'ਚ ਗਵਰਨਮੈਂਟ ਆਫ ਇੰਡੀਆ ਹੈ ਨਹੀਂ ਹੈ ਜੀ। ਇਹ ਪੰਜਾਬ ਨਾਲ ਇੱਕ ਵੱਡਾ ਧੱਕਾ ਹੋਊਗਾ, ਕਿਉਂਕਿ ਇਹਦਾ ਭਾਰ ਆਖਿਰ ਸਾਰਾ ਜਿਹੜਾ ਹੈਗਾ ਉਹ ਇੱਥੇ ਦੀਆਂ ਬਿਜਲੀ ਦਰਾਂ ਤੇ ਪੈਣਾ, ਜਿਹੜਾ ਅਲਟੀਮੇਟਲੀ ਲੋਕਾਂ ਤੇ ਪਊਗਾ। ਮੈਨੂੰ ਲੱਗਦਾ ਕਿ ਇਹ ਗਵਰਨਮੈਂਟ ਆਫ ਇੰਡੀਆ ਨੂੰ ਇਸ ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ, ਔਰ ਜਾਂ ਫਿਰ ਗਵਰਨਮੈਂਟ ਆਫ ਪੰਜਾਬ ਨੂੰ ਥੋੜਾ ਹੋਰ ਸਖਤ ਸਟੈਂਡ ਲੈਣਾ ਚਾਹੀਦਾ ਹੈ। ਚਾਹੇ ਉਹਨਾਂ ਨੂੰ ਇਸ ਲਈ ਕੋਰਟ ਦਾ ਵੀ ਸਹਾਰਾ ਲੈਣਾ ਪਏ ਤਾਂ ਉਹਨਾਂ ਨੂੰ ਲੜਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਕਿਉਂਕਿ ਇਹ ਕੋਈ ਸਧਾਰਨ ਇਸ਼ੂ ਨਹੀਂ ਹੈਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।